ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿੰਨਾਂ ਦੀ ਨਿੱਕੀ ਗੋਦ, ਤਿੰਨਾਂ ਦੀ ਪਿਆਰੀ ਗੋਦ, ਉਹਨਾਂ ਦੇ ਸਹਿਜ ਦੇ ਰੰਗ, ਉਹਨਾਂ ਦੇ ਵਿਚਾਰਾਂ ਦੀ ਮਹਿਕ, ਉਹਨਾਂ ਦੇ ਸਜਾਏ ਸੁੰਦਰ ਸੰਸਾਰ ਦੇ ਜੀਵ, ਉਹਨਾਂ ਦੀ ਉਹ ਮਹਿਕ ਜੋ ਸਾਡੇ ਹਿਰਦਿਆਂ ਵਿੱਚ ਪਹੁੰਚਦੀ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀ। ਆਓ ਸਭ ਤੋਂ ਪਹਿਲਾਂ ਫਤਿਹ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਇਸ ਚੱਲਦੇ ਪ੍ਰਵਾਹ ਦੇ ਵਿੱਚ ਆਪ ਦੀਆਂ ਮਨ ਦੀਆਂ ਤਰੰਗਾਂ ਉਸ ਪਿਤਾ ਦੇ ਨਾਲ ਜੁੜੀਆਂ ਹੋਈਆਂ ਹਨ। ਉਹ ਪਿਤਾ ਬਖਸ਼ਿਸ਼ ਕਰੇ, ਮਨ ਨੂੰ ਸਹਿਜ ਬਾਣੀ ਨੂੰ ਕਹਿਣ, ਬਾਣੀ ਨੂੰ ਸੁਣਨ, ਬਾਣੀ ਦੇ ਆਨੰਦ ਦੇ ਲੈਣ ਦੀ ਸ਼ਕਤੀ ਬਖਸ਼ੇ। ਪਰਮਾਤਮਾ ਦੀ ਕਿਰਪਾ ਦੇ ਨਾਲ, ਆਪ ਦੇ ਆਸ਼ੀਰਵਾਦ ਦੇ ਨਾਲ ਅੱਜ 24ਵੀਂ ਪੌੜੀ ਜਪਜੀ ਸਾਹਿਬ ਦੀ 24ਵੀਂ ਪੌੜੀ ਦੀ ਕਥਾ ਜੋ ਹੈ ਪ੍ਰਾਰੰਭ ਹੋ ਰਹੀ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਹਨਾਂ ਦਾ ਸਮਝਾਉਣ ਦਾ ਢੰਗ, ਉਹਨਾਂ ਦਾ ਰਸਤੇ ਪਾਉਣ ਦਾ ਢੰਗ, ਉਹ ਇੱਕ ਹੀ ਵਿਚਾਰ ਨੂੰ ਲੈ ਕੇ ਕਾਫੀ ਸਮੇਂ ਤੋਂ ਕਈ ਪੌੜੀਆਂ ਦੇ ਵਿੱਚ ਸਾਡੇ ਮਨਾਂ ਦੇ, ਸਾਡੇ ਹਿਰਦਿਆਂ ਦੀ ਤਹਿ ਨੂੰ ਸਮਝਾਉਣ ਦੀ, ਉਸ ਨੂੰ ਪਵਿੱਤਰ ਬਣਾਉਣ ਦੀ, ਉਸ ਵਿੱਚ ਆਪਣਾ ਨਾਮ ਵਸਾਉਣ ਦੀ ਗੱਲ ਕਰ ਰਹੇ ਹਨ। ਆਓ ਗੁਰੂ ਜੀ 24ਵੀਂ ਪੌੜੀ ਦੇ ਵਿੱਚ ਕੀ ਫਰਮਾਨ ਕਰ ਰਹੇ ਹਨ, ਪਹਿਲਾਂ 24ਵੀਂ ਪੌੜੀ ਦਾ ਪਾਠ ਸਰਵਣ ਕਰਦੇ ਹਾਂ। ਅੰਤ ਨਾ ਸਿਫਤੀ ਕਹਿਣ ਨ ਅੰਤ, ਅੰਤ ਨਾ ਕਰਣੈ ਦੇਣ ਨ ਅੰਤ, ਅੰਤ ਨਾ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੈ, ਤਾਕੇ ਅੰਤ ਨ ਪਾਏ ਜਾਹੈ, ਇਹੋ ਅੰਤ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੱਡੇ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵਡਿਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜੇ ਵਡਿਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਮਨ, ਮਨੁੱਖ ਦੀ ਚਿਤਵਨੀ, ਮਨੁੱਖ ਦੀ ਸੋਚ, ਮਨੁੱਖ ਦਾ ਹਰ ਵਕਤ ਚਿਤਵਦੇ ਰਹਿਣਾ, ਹਰ ਵਕਤ ਮਨ ਦੇ ਵਿੱਚ ਖਿਆਲ ਕਿਸੇ ਹਸਤੀ ਨੂੰ, ਕਿਸੇ ਚੀਜ਼ ਨੂੰ, ਉਸ ਨੂੰ ਜਾਣਨਾ, ਉਸ ਦੇ ਬਾਰੇ ਦੇ ਵਿੱਚ ਅੰਤ ਤੱਕ ਜਾਣਨਾ, ਅੰਤ ਪਾਉਣਾ ਉਸ ਚੀਜ਼ ਦਾ। ਅੰਤ ਕਿ ਉਸ ਚੀਜ਼ ਨੂੰ ਆਪਣੀ ਪਕੜ ਦੇ ਵਿੱਚ ਲੈਣਾ, ਕਿ ਉਸ ਚੀਜ਼ ਦਾ ਮੈਨੂੰ ਗਿਆਨ ਹੈ। ਸੰਸਾਰ ਦੇ ਵਿੱਚ ਚਲਦਿਆਂ ਚਲਦਿਆਂ ਸੰਸਾਰ ਦੇ ਗਿਆਨ ਤੋਂ ਤ੍ਰਿਪਤ ਹੋ ਕੇ ਜਦੋਂ ਇਨਸਾਨ ਧਾਰਮਿਕ ਦੁਨੀਆ ਦੇ ਵਿੱਚ ਆਉਂਦਾ ਹੈ,
ਉਸ ਦੇ ਮਨ ਵਿੱਚ ਉਸ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣ ਦੀ ਇੱਛਾ ਜਾਗਦੀ ਹੈ। ਇਹ ਰੁਚੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ, ਚੱਲ ਰਹੀਆਂ ਹਨ। ਇਹ ਗਤੀਵਿਧੀਆਂ ਮਨੁੱਖ ਦੀਆਂ ਜਨਮ ਤੋਂ ਲੈ ਕੇ ਮਰਨ ਤੱਕ ਨਾਲ ਹੀ ਜਾਂਦੀਆਂ ਹਨ। ਇਹ ਜੋ ਚਿਤਵਨੀ ਹੈ, ਇਹ ਸੁਭਾਵਕ ਹੈ ਕਿ ਅਸੀਂ ਹਰ ਚੀਜ਼ ਦੇ ਬਾਰੇ ਜਾਣਨਾ ਚਾਹੁੰਦੇ ਹਾਂ। ਉਸ ਪਰਮਾਤਮਾ ਨੂੰ ਜਾਣਨਾ, ਉਸ ਦਾ ਅੰਤ ਪਾਉਣਾ। ਉਸ ਦੇ ਅੰਤ ਪਾਉਣ ਦੇ ਲਈ ਸਾਡੇ ਕੋਲ ਜੋ ਵੇਖਣ ਦੀ ਸ਼ਕਤੀ ਹੈ, ਪਹਿਲਾਂ ਉਹ ਬੇਅੰਤ ਚਾਹੀਦੀ ਹੈ। ਸੁਣਨ ਦੀ ਸ਼ਕਤੀ ਬੇਅੰਤ ਚਾਹੀਦੀ ਹੈ। ਕਹਿਣ ਦੀ ਸ਼ਕਤੀ, ਕਥਨ ਕਰਨ ਦੀ ਸ਼ਕਤੀ, ਸਾਡੀ ਸੋਚ ਸ਼ਕਤੀ ਉਹ ਬੇਅੰਤ ਚਾਹੀਦੀ ਹੈ ਜੇ ਉਸ ਪਰਮ ਪਿਤਾ ਦਾ ਅਸੀਂ ਅੰਤ ਪਾਉਣਾ ਚਾਹਾਂਗੇ। ਪਰ ਮਨੁੱਖ ਦੇ ਜੋ ਗਿਆਨ ਇੰਦਰੀ ਹਨ ਉਹ ਸੀਮਤ ਹਨ। ਸਾਡੀ ਅੱਖ ਜੋ ਹੈ ਉਹ ਕੁਝ ਦੂਰੀ ਤੱਕ ਅਸੀਂ ਦੇਖ ਸਕਦੇ ਹਾਂ, ਉਸ ਤੋਂ ਅੱਗੇ ਜਵਾਬ ਦੇ ਦਿੰਦੇ ਹਾਂ। ਉਸ ਤੋਂ ਅੱਗੇ ਸਾਡੀ ਅੱਖ ਨਹੀਂ ਦੇਖ ਸਕਦੀ। ਸਾਨੂੰ ਦੂਰਬੀਨ ਦਾ, ਸਾਨੂੰ ਖੁਰਦਬੀਨ ਦਾ ਜਾਂ ਕਿਸੇ ਵੀ ਸਾਧਨ ਦਾ ਇਸਤੇਮਾਲ ਕਰਨਾ ਪੈਂਦਾ ਹੈ ਤਾਂ ਕਿ ਅਸੀਂ ਉਸ ਤੋਂ ਅੱਗੇ ਦੀ ਦੂਰੀ ਵੱਲ ਦੇਖ ਸਕੀਏ। ਸਾਡੇ ਕੰਨ ਵੀ ਜੋ ਹਨ ਉਹ ਕੁਝ ਦੂਰੀ ਤੱਕ ਸੁਣਨ ਦੀ ਸ਼ਕਤੀ ਰੱਖਦੇ ਹਨ। ਕਈ ਵਾਰੀ ਅਸੀਂ ਬੈਠੇ ਬੈਠੇ ਕਹਿ ਦਿੰਦੇ ਹਾਂ ਕਿ ਵੋਲਿਊਮ ਥੋੜਾ ਜਿਹਾ ਵਧਾਓ, ਆਵਾਜ਼ ਸੁਣ ਨਹੀਂ ਰਹੀ। ਉਹਦਾ ਕਾਰਨ ਕੀ ਹੈ ਕਿ ਸਾਡੀ ਜੋ ਅੱਖਾਂ ਹਨ ਉਹਨਾਂ ਦੀ ਵੀ ਸੀਮਤ ਦੇਖਣੀ ਹੈ। ਸਾਡੇ ਜੋ ਕੰਨ ਹਨ ਉਹਨਾਂ ਦੀ ਦੇਖਣੀ ਜੋ ਹੈ ਉਹ ਸੀਮਤ ਹੈ। ਸਾਡੇ ਸੁਣਨ ਦੀ ਸ਼ਕਤੀ ਸੀਮਤ ਹੈ, ਸਾਡੇ ਵੇਖਣ ਦੀ ਸ਼ਕਤੀ ਸੀਮਤ ਹੈ। ਮਨੁੱਖ ਖੁਦ ਸੀਮਤ ਹੈ। ਮਨੁੱਖ ਦਾ ਦਿਮਾਗ ਜੋ ਹੈ ਉਹ ਵੀ ਸੀਮਤ ਹੈ। ਉਹ ਕੁਝ ਦੂਰੀ ਤੱਕ ਸੋਚ ਸਕਦਾ ਹੈ, ਉਸ ਤੋਂ ਬਾਅਦ ਉਹ ਜਵਾਬ ਦੇ ਦਿੰਦਾ ਹੈ। ਮਨੁੱਖ ਖੁਦ ਸੀਮਤ ਹੈ, ਹੁਣ ਉਹ ਪਰਮਾਤਮਾ ਅਸੀਮ ਹੈ। ਹੁਣ ਜੇ ਅਸੀਂ ਕਿਸੇ ਚੀਜ਼ ਨੂੰ ਮਿਲਣਾ ਹੋਵੇ, ਸਾਡਾ ਹੱਥ ਤੇ ਉੱਥੋਂ ਤੱਕ ਪਹੁੰਚਣਾ ਚਾਹੀਦਾ ਹੈ। ਸਾਡਾ ਫੀਤਾ ਤੇ ਉਹਨਾਂ ਹੋਣਾ ਚਾਹੀਦਾ ਹੈ ਨਾ। ਜੇ ਅਸੀਂ ਕਿਸੇ ਕੰਧ ਨੂੰ ਹੀ ਮਿਲਣਾ ਹੈ ਤੇ ਸਭ ਤੋਂ ਪਹਿਲਾਂ ਉੱਪਰ ਤੇ ਨੀਚੇ ਸਾਡਾ ਹੱਥ ਜਾਣਾ ਚਾਹੀਦਾ ਹੈ। ਦੂਸਰਾ, ਉਹ ਫੀਤਾ ਇੰਨਾ ਹੋ ਚਾਹੀਦਾ ਹੈ ਕਿ ਉਸ ਦੀ ਮਿਣਤੀ ਨੂੰ ਲੈ ਸਕੇ। ਹੁਣ ਉਹ ਤੇ ਬਹੁਤ ਵੱਡਾ ਹੈ, ਉਹ ਤੇ ਬਹੁਤ ਉੱਚਾ ਹੈ, ਉਹ ਤੇ ਅਸੀਮ ਹੈ। ਹੁਣ ਅਸੀਂ ਬਹੁਤ ਛੋਟੇ ਹਾਂ। ਅਸੀਂ ਉਸ ਦਾ ਅੰਤ ਪਾਉਣ ਦੀ ਕੋਸ਼ਿਸ਼ ਸਾਰੇ ਕਰਦੇ ਹਾਂ, ਪਰ ਹਾਂ ਬਹੁਤ ਨੀਵੇਂ। ਸਾਡੇ ਕੋਲ ਉਹ ਗਿਣਤੀ ਮਿਣਤੀ ਕਰਨ ਦੇ ਉਹ ਸਮਾਨ ਨਹੀਂ ਹਨ। ਸਾਡੀ ਹਰ ਸ਼ਕਤੀ ਜੋ ਹੈ ਉਹ ਸੀਮਤ ਹੈ ਔਰ ਅਸੀਂ ਉਸ ਅਸੀਮ ਨੂੰ ਜਾਣਨ ਦੇ ਬਾਰੇ ਕਿਸ ਤਰ੍ਹਾਂ ਸੋਚ ਸਕਦੇ ਹਾਂ। ਜਿੱਥੇ ਤੱਕ ਸਾਡੀ ਸੋਚ ਜਾਂਦੀ ਹੈ, ਵਿਦਵਾਨਾਂ ਦਾ ਕਹਿਣਾ ਹੈ ਕਿ ਜਿੱਥੇ ਤੱਕ ਸਾਡੀ ਸੋਚ ਜਾਂਦੀ ਹੈ ਉਸ ਤੋਂ ਅੱਗੇ ਪਰਮਾਤਮਾ ਸ਼ੁਰੂ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੀ ਸੋਚ ਉਸ ਪਰਮਾਤਮਾ ਤੱਕ ਜਾਂਦੀ ਹੀ ਨਹੀਂ ਹੈ, ਕਿਉਂਕਿ ਅਸੀਂ ਸੀਮਤ ਹਾਂ। ਅਸੀਂ ਉਸ ਪਰਮਾਤਮਾ ਨੂੰ, ਉਸ ਬੇਅੰਤ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ। ਗਿਆਨ ਇੰਦਰੀਆਂ, ਸਭ ਤੋਂ ਪਹਿਲਾਂ ਅਸੀਂ ਜਦੋਂ ਕਿਸੇ ਚੀਜ਼ ਨੂੰ ਨਾਪਦੇ ਹਾਂ, ਤੋਲਦੇ ਹਾਂ, ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਉਸ ਦਾ ਸਮਾਨ ਸਾਡੇ ਕੋਲ ਹੈ। ਅਸੀਂ ਉਸ ਦੇ ਸਮਰੱਥ ਹਾਂ। ਅਸੀਂ ਕੋਈ ਚੀਜ਼ ਹੀ ਬਣਾਉਂਦੇ ਹਾਂ, ਪਹਿਲਾਂ ਉਹਦਾ ਸਮਾਨ ਸਾਡੇ ਕੋਲ ਹੈ, ਅਸੀਂ ਉਸ ਬਣਾਉਣ ਦੇ ਕਾਬਲ ਹਾਂ, ਫਿਰ ਅਸੀਂ ਉਸ ਚੀਜ਼ ਨੂੰ ਸੋਚਦੇ ਹਾਂ। ਅਗਰ ਕੋਈ ਪਰਮਾਤਮਾ ਦਾ ਅੰਤ ਪਾਉਣਾ ਚਾਹੁੰਦਾ ਹੈ, ਉਸ ਨੂੰ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਮੇਰੀਆਂ ਗਿਆਨ ਇੰਦਰੀਆਂ ਦੇ ਵਿੱਚ ਇਤਨੀ ਸ਼ਕਤੀ ਹੈ। ਮੇਰੇ ਗਿਆਨ ਇੰਦਰੀ ਤੇ ਸੀਮਤ ਹਨ। ਜਦੋਂ ਇਹ ਇਨਸਾਨ ਇਹ ਗੱਲ ਜਾਣ ਲਏਗਾ ਕਿ ਮੇਰੇ ਗਿਆਨ ਇੰਦਰੀ, ਮੇਰੀ ਸੋਚਣੀ, ਮੇਰੀ ਵੇਖਣੀ, ਮੇਰੀ ਸੁਣਨੀ ਤੇ ਸੀਮਤ ਹੈ, ਤੇ ਮੈਂ ਉਸ ਅਸੀਮ ਨੂੰ ਕੈਸੇ ਜਾਣ ਲਵਾਂਗਾ। ਜਿਸ ਨੂੰ ਇਹ ਸਮਝ ਆ ਗਈ ਉਹ ਵਿਸਮਾਦ ਦੇ ਵਿੱਚ ਚਲਾ ਗਿਆ। ਉਸਨੇ ਉਸ ਦੀ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਸਨੇ ਉਸ ਦੇ ਆਨੰਦ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਲੈ ਕੇ ਉਸ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ, ਉਸ ਦੇ ਅੰਤ ਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੇ ਹੀ ਸੁਚੱਜੇ ਢੰਗ ਦੇ ਨਾਲ, ਬੜੇ ਹੀ ਸੁੰਦਰ ਤਰੀਕੇ ਦੇ ਨਾਲ ਉਹ ਜੋ ਖੋਜੀ ਹਨ, ਜੋ ਉਸ ਪਰਮਾਤਮਾ ਦੀ ਖੋਜ ਕਰ ਰਹੇ ਹਨ, ਉਹਨਾਂ ਦੇ ਬਾਰੇ ਦੱਸਦੇ ਹਨ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਅੰਤ ਨ ਸਿਫਤੀ ਕਹਿਣ ਨਾ ਅੰਤ। ਇਹ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣ ਵਾਲੇ, ਤੂੰ ਨਹੀਂ ਪਾ ਸਕੇਗਾ ਉਸ ਦਾ ਅੰਤ। ਕਿਉਂ ਨਹੀਂ ਪਾ ਸਕੇਗਾ? ਕਿਉਂਕਿ ਉਸ ਦੀਆਂ ਸਿਫਤਾਂ ਦੀ ਹੀ ਗਿਣਤੀ ਨਹੀਂ ਹੈ।
तेरी जुबान दे विच इतनी समर्था ही नहीं है कि तू उस परिपूर्ण परमात्मा दी इतनी सिफत कर सके। ਉਹਦੀ ਸਿਫਤ ਜੋ ਹੈ ਉਹ ਕਿਸੇ ਵੀ ਗਿਣਤੀ ਮਿਣਤੀ ਦੇ ਵਿੱਚ ਨਹੀਂ ਆਉਂਦੀ। ਅੰਤ ਨਾ ਸਿਫਤੀ, ਉਹਦੀਆਂ ਸਿਫਤਾਂ ਦਾ ਅੰਤ ਨਹੀਂ ਹੈ। ਬਹੁਤ ਸਾਰੇ ਉਹਦੀਆਂ ਸਿਫਤਾਂ ਦਾ ਕਰ ਕਰਕੇ ਅੰਤ ਪਾਉਣਾ ਚਾਹੁੰਦੇ ਸਨ, ਖੁਦ ਖਤਮ ਹੋ ਗਏ, ਪਰ ਉਸ ਦੀਆਂ ਸਿਫਤਾਂ ਦਾ ਅੰਤ ਨਹੀਂ ਹੋਇਆ। ਅਗਰ ਅਸੀਂ ਕਿਸੇ ਮਨੁੱਖ ਦੀ ਸਿਫਤ ਕਰਨੀ ਹੋਵੇ ਤੇ ਬੜੇ ਥੋੜੇ ਸ਼ਬਦਾਂ ਦੇ ਵਿੱਚ ਮੁੱਕ ਜਾਵੇ ਕਿ ਉਹ ਸੁੰਦਰ ਹੈ, ਉਹ ਸੁਸ਼ੀਲ ਹੈ, ਉਹ ਬੜਾ ਇਲਮ ਰੱਖਦਾ ਹੈ, ਉਹ ਗਿਆਨੀ ਹੈ, ਉਹ ਧਿਆਨੀ ਹੈ, ਉਹ ਬੜੀ ਉੱਚੀ ਜਾਤ ਦੇ ਨਾਲ ਸੰਬੰਧ ਰੱਖਦਾ ਹੈ, ਉਹ ਬੜਾ ਅੱਛਾ ਇਨਸਾਨ ਹੈ ਜਾਂ ਬੁਰਾ ਇਨਸਾਨ ਹੈ। ਇਹ ਕੁਝ ਚੀਜ਼ਾਂ ਅਸੀਂ ਕਵਾਂਗੇ ਉਸ ਦੇਸ਼ ਵਿੱਚ ਰਹਿੰਦਾ ਹੈ, ਉਸ ਪਿੰਡ ਵਿੱਚ ਰਹਿੰਦਾ ਹੈ, ਆਹ ਉਸ ਦਾ ਪਰਿਵਾਰ ਹੈ। ਬਸ ਇਤਨੀਆਂ ਕੀ ਗੱਲਾਂ ਕੀਤੀਆਂ, ਮਨੁੱਖ ਦੀ ਸਿਫਤ ਖਤਮ ਹੋ ਗਈ, ਮਨੁੱਖ ਦਾ ਜੋ ਦਾਇਰਾ ਸੀ ਉਹ ਖਤਮ ਹੋ ਗਿਆ। ਇਸੇ ਹੀ ਤਰ੍ਹਾਂ ਜੋ ਉਸ ਪਰਮਾਤਮਾ ਨੇ ਜੀਵ ਜੰਤੂ ਬਣਾਏ ਹਨ, ਪਸ਼ੂ ਪੰਛੀ ਬਣਾਏ ਹਨ, ਉਹਨਾਂ ਦਾ ਦਾਇਰਾ ਵੀ ਬਹੁਤ ਛੋਟਾ ਹੈ। ਉਹ ਵੀ ਕੁਝ ਹੀ ਗੱਲਾਂ ਦੇ ਵਿੱਚ ਉਹਨਾਂ ਦੀ ਸਮਾਪਤੀ ਜੋ ਹੈ ਉਹ ਹੋ ਜਾਂਦੀ ਹੈ, ਕਿਉਂਕਿ ਇਹ ਸੰਸਾਰ ਜੋ ਹੈ, ਇਹ ਸਿਫਤਾਂ ਦੇ, ਇਹ ਕਾਇਨਾਤ ਜੋ ਹੈ, ਇਹ ਇੱਕ ਸੀਮਤ ਹੈ। ਔਰ ਉਹਦੀਆਂ ਸਿਫਤਾਂ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਇਤਨੀ ਤਾਕਤ ਨਹੀਂ ਕਿ ਸਾਰੀਆਂ ਸਿਫਤਾਂ ਕਰ ਸਕੀਏ। ਮਨੁੱਖ ਦਾਇਰੇ ਦੇ ਵਿੱਚ ਹੋਣ ਦਾ ਕਰਕੇ, ਸੀਮਾ ਦੇ ਵਿੱਚ ਹੋਣ ਦਾ ਕਰਕੇ ਉਸ ਅਸੀਮ ਦਾ ਅੰਤ ਨਹੀਂ ਪਾ ਸਕਦਾ। ਕਹਿਣ ਵਾਲੇ ਵੀ ਕਹਿ ਕਹਿ ਕੇ ਥੱਕ ਗਏ, ਕਹਿਣ ਨਾ ਅੰਤ। ਜੋ ਕਹਿਣ ਵਾਲੇ ਸਨ ਕਹਿ ਕਹਿ ਕੇ ਥੱਕ ਗਏ, ਪਰ ਉਸ ਪਰਿਪੂਰਨ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿਣ ਵਾਲੇ ਚਲੇ ਗਏ। ਗੁਰੂ ਸਾਹਿਬ ਜੀ ਇਸ ਪੰਕਤੀ ਦੇ ਵਿੱਚ ਇਹੀ ਫਰਮਾਉਂਦੇ ਹਨ, ਐ ਮਨੁੱਖ, ਤੂੰ ਉਸ ਦਾ ਅੰਤ ਨਹੀਂ ਪਾ ਸਕੇਗਾ। ਤੂੰ ਉਸ ਦੀਆਂ ਸਿਫਤਾਂ ਜੋ ਹਨ, ਸਿਫਤ ਸਲਾਹ ਜੋ ਕਰਦਾ, ਉਹਦਾ ਅੰਤ ਨਹੀਂ ਹੈ, ਉਹਦਾ ਕੋਈ ਸ਼ੁਰੂ ਤੇ ਐਂਡ ਹੈ ਹੀ ਨਹੀਂ ਹੈ। ਤੂੰ ਕਿਸ ਤਰ੍ਹਾਂ ਉਸ ਦਾ ਅੰਤ ਪਾ ਸਕਦਾ ਹੈ? ਇਸ ਕਰਕੇ ਉਹ ਗੁਰੂ ਦੀ ਰਜਾ 'ਚ ਰਹਿਣਾ ਸਿੱਖ। ਕਹਿਣ ਨਾ ਅੰਤ, ਤੂੰ ਕਹਿ ਕਹਿ ਕੇ ਵੀ ਉਸ ਗੁਰੂ ਦੀ ਕਹਿਣੀ ਨੂੰ ਨਹੀਂ ਕਹਿ ਸਕੇਗਾ। ਤੇਰੀ ਕਥਨੀ ਉਸ ਨੂੰ ਨਹੀਂ ਕਹਿ ਸਕਦੀ, ਉਹ ਬਹੁਤ ਵੱਡਾ ਹੈ। ਗੁਰੂ ਸਾਹਿਬ ਜੀ ਦਾ ਫਰਮਾਨ, ਅੰਤ ਨਾ ਕਰਨੈ ਦੇਣ ਨਾ ਅੰਤ। ਉਹ ਕਰਤਾ ਹੈ, ਬਹੁਤ ਵੱਡਾ ਹੈ। ਉਹਦੀ ਕ੍ਰਿਤ ਦਾ ਹੀ ਅਸੀਂ ਅਗਰ ਅੰਦਾਜ਼ਾ ਲਗਾਈਏ ਤੇ ਉਹੀ ਨਹੀਂ ਸਾਡੇ ਕੋਲ ਲੱਗ ਸਕਦਾ। ਉਸ ਪਰਿਪੂਰਨ ਪਰਮਾਤਮਾ ਨੇ ਜੋ ਚਿੱਤਰ ਚਿਤਰਿਆ ਹੈ ਸੰਸਾਰ ਦਾ, ਉਸ ਦਾ ਹੀ ਸਾਨੂੰ ਪਤਾ ਨਹੀਂ। ਜੇ ਸਾਨੂੰ ਚਿੱਤਰ ਦੀ ਹੀ ਸਮਝ ਨਹੀਂ ਆ ਸਕਦੀ ਤੇ ਅਸੀਂ ਚਿੱਤਰਕਾਰ ਦਾ ਅੰਤ ਕਿਸ ਤਰ੍ਹਾਂ ਪਾ ਸਕਾਂਗੇ? ਅਸੀਂ ਉਸ ਚਿੱਤਰਕਾਰ ਦੇ ਬਾਰੇ ਵਿੱਚ ਕਿਸ ਤਰ੍ਹਾਂ ਸੋਚ ਸਕਾਂਗੇ? ਕਿਸ ਤਰ੍ਹਾਂ ਉਸ ਦਾ ਅੰਤ ਪਾ ਸਕਾਂਗੇ? ਅੰਤ ਨਾ ਕਰਨਾ, ਉਸ ਦੀ ਕਰਨੀ ਦਾ ਹੀ ਅੰਤ ਨਹੀਂ ਹੈ। ਉਸਨੇ ਕੀ ਕੁਝ ਕੀਤਾ ਹੋਇਆ ਹੈ, ਪਸ਼ੂ ਪੰਛੀ, ਮਨੁੱਖ, ਚੰਦ, ਤਾਰੇ, ਗ੍ਰਹਿ, ਕੀ ਕੁਛ ਉਸਨੇ ਪੈਦਾ ਕੀਤਾ ਹੈ। ਉਸਨੇ ਜੀਵ ਪੈਦਾ ਕੀਤੇ, ਉਹਨਾਂ ਦਾ ਕੋਈ ਹਿਸਾਬ ਨਹੀਂ ਹੈ। ਉਹਨਾਂ ਨੂੰ ਜੋ ਰਿਜ਼ਕ ਦਿੱਤਾ, ਉਹਨਾਂ ਨੂੰ ਜੋ ਕੁਛ ਦਿੱਤਾ, ਉਹਨਾਂ ਨੂੰ ਜੀਵਨ ਦੇ ਵਿੱਚ ਰਿਜ਼ਕ ਦਿੱਤਾ, ਉਹਨਾਂ ਦਾ ਜੀਵਨ ਦੇ ਨਿਰਬਾਹ ਦੇ ਲਈ ਦਿੱਤਾ। ਤੂੰ ਉਸ ਦਾ ਹੀ ਅੰਤ ਨਹੀਂ ਪਾ ਸਕਦਾ ਤੇ ਤੂੰ ਹੋਰ ਕੀ ਕਰ ਸਕਦਾ ਹੈ? ਕਰਨੇ, ਇੱਥੇ ਕਰਨੇ ਇੱਕ ਕੇਂਦਰੀ ਲਫ਼ਜ਼ ਹੈ। ਮਨੁੱਖ ਜੋ ਹੈ ਉਹ ਕਰਦਾ ਹੈ ਕੁਛ ਨਾ ਕੁਛ। ਮਨੁੱਖ ਕਰਦਾ ਹੈ, ਉਹ ਬੋਲਦਾ ਹੈ, ਉਹ ਵੀ ਕਰਨ ਦੇ ਵਿੱਚ ਆਉਂਦਾ ਹੈ। ਉਹ ਕੋਈ ਕੰਮ ਕਰ ਰਿਹਾ ਹੈ, ਉਹ ਕਹਿ ਰਿਹਾ ਹੈ, ਉਹ ਸੁਣ ਰਿਹਾ ਹੈ। ਇੱਥੋਂ ਤੱਕ ਕਿ ਜਦ ਮਨੁੱਖ ਸੋਚ ਰਿਹਾ ਹੈ, ਉਦੋਂ ਵੀ ਉਹ ਕੁਛ ਕਰ ਰਿਹਾ ਹੈ, ਕੋਈ ਕਰਮ ਕਰ ਰਿਹਾ ਹੈ। ਉਹ ਜਿਹੜੇ ਕਰਨੇ ਹਨ, ਉਹ ਜੋ ਕਰਮ ਹਨ, ਉਹ ਕਰਨੇ ਹਨ। ਉਹ ਜੋ ਕਰਨੇ ਹਨ ਅਸੀਂ ਕਰਦੇ ਹਾਂ, ਬੋਲਦੇ ਹਾਂ, ਬੈਠਦੇ ਹਾਂ, ਕਿਸੇ ਨਾਲ ਗੱਲਬਾਤ ਕਰਦੇ ਹਾਂ, ਸੋਚਦੇ ਹਾਂ। ਅਸੀਂ ਕਹਿੰਦੇ ਹਾਂ ਦੂਸਰੇ ਨੂੰ ਡਿਸਟਰਬ ਨਾ ਕਰੇ, ਮੈਂ ਕੁਝ ਸੋਚ ਰਿਹਾ ਹਾਂ। ਉਹ ਵੀ ਸਾਡੀ ਕਰਨੀ ਦੇ ਵਿੱਚ ਆਉਂਦਾ ਹੈ। ਪਰ ਜੋ ਪਰਮਾਤਮਾ ਕਰ ਰਿਹਾ ਹੈ, ਉਸ ਦੇ ਕਰਨੀ ਦਾ ਅੰਤ ਨਹੀਂ ਹੈ, ਉਸ ਦੀ ਦਾਤ ਦਾ ਅੰਤ ਨਹੀਂ ਹੈ, ਦੇਣ ਦਾ ਅੰਤ ਨਹੀਂ ਹੈ। ਹੁਣ ਇੱਕ ਪੱਥਰ ਦੇ ਵਿੱਚ ਵੀ ਉਹ ਕੀੜੇ ਨੂੰ ਦੇ ਰਿਹਾ ਹੈ। ਜੇ ਆਪਾਂ ਗੁਰੂ ਸਾਹਿਬ ਨੂੰ ਇਹ ਕਹੀਏ, ਜਿਸ ਤਰ੍ਹਾਂ ਅਸੀਂ ਗ੍ਰਸਤੀ ਹਾਂ, ਗੁਰਬਾਣੀ ਵਿੱਚ ਆਉਂਦਾ ਹੈ, ਗ੍ਰਸਤੀ ਮੈਂ ਤੂੰ ਬੜੋ ਗ੍ਰਸਤੀ, ਕਿ ਤੂੰ ਬਹੁਤ ਵੱਡਾ ਗ੍ਰਸਤੀ ਹੈ। ਉਹ ਗ੍ਰਸਤੀ ਕਿਸ ਤਰ੍ਹਾਂ ਹੈ? ਉਸ ਦੀ ਕਿਤਨੀ ਸੰਤਾਨ ਹੈ। ਇਹ ਸਾਰਾ ਸੰਸਾਰ ਉਸ ਦਾ ਪੈਦਾ ਕੀਤਾ ਹੋਇਆ ਹੈ। ਉਹ ਜੋ ਇੱਕ ਸੰਸਾਰੀ ਪਿਤਾ ਹੈ, ਉਹ ਵੀ ਹਰ ਵਕਤ ਇਸ ਚਿੰਤਾ ਦੇ ਵਿੱਚ ਰਹਿੰਦਾ ਹੈ, ਮੈਂ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਣਾ ਹੈ। ਉਹ ਗ੍ਰਸਤੀ ਜੀਵਨ ਦੇ ਵਿੱਚ ਹਰ ਕੋਸ਼ਿਸ਼ ਕਰਦਾ ਹੈ, ਪਰ ਕਈ ਵਾਰੀ ਮਾਂ ਨੇ ਪਿੰਨੀਆਂ ਬਣਾਈਆਂ ਹੁੰਦੀਆਂ ਹਨ, ਪੁੱਤ ਕਿਸੇ ਕਾਰਨ ਜੇਲ੍ਹ ਚਲਾ ਗਿਆ, ਉਸ 4 ਦੀਵਾਰੀ ਤੱਕ ਵੀ ਉਹ ਮਾਂ ਪਿੰਨੀਆਂ ਨਹੀਂ ਪਹੁੰਚਾ ਸਕਦੀ, ਅਸਮਰਥ ਹੈ ਉਹਦੇ ਤੋਂ, ਕਿਉਂਕਿ ਉਹਦੇ ਅੰਦਰ ਨਹੀਂ ਹੈ।
ਉਹ ਉਸ ਨੂੰ ਉੱਥੋਂ ਤੱਕ ਨਹੀਂ ਪਹੁੰਚਾ ਸਕਦੀ। ਪਰ ਉਹ ਪਰਿਪੂਰਨ ਪਰਮਾਤਮਾ ਜਿਸ ਨੇ ਜਿੱਥੇ ਵੀ ਜੀਵ ਪੈਦਾ ਕੀਤਾ ਹੈ। ਇੱਕ ਸ਼੍ਰੀਨਗਰ ਦੀ ਗੱਲ ਆਉਂਦੀ ਹੈ ਕਿ ਸ਼੍ਰੀਨਗਰ ਦੇ ਵਿੱਚ ਉਹ ਕੀ ਕਰਦੇ ਹਨ, ਠੰਡ ਜ਼ਿਆਦਾ ਹੋਣ ਦਾ ਕਰਕੇ ਉਹ ਅੱਗ ਦੇ ਵਿੱਚ ਇੱਕ ਪੱਥਰ ਰੱਖਦੇ ਹਨ। ਉਹ ਜਦੋਂ ਵੀ ਰੋਟੀ ਗਰਮ ਕਰਦੇ ਹਨ ਉਹ ਪੱਥਰ ਦੇ ਉੱਤੇ ਕਰਦੇ ਹਨ। ਉਹ ਪੱਥਰ ਬਹੁਤ ਗਰਮ ਹੋ ਜਾਂਦਾ ਹੈ ਔਰ ਉਹਦੇ ਤੇ ਕਰਦੇ ਹਨ। 12 ਸਾਲ ਉਸ ਪਰਿਵਾਰ ਨੇ ਉਹ ਪੱਥਰ ਨੂੰ ਯੂਜ਼ ਕੀਤਾ। ਉਹ ਕਿਸੇ ਕਾਰਨ ਉਹਨਾਂ ਨੇ ਚੱਕਿਆ ਕਿਤੇ ਹੋਰ ਰੱਖਣਾ ਸੀ ਤੇ ਉਹ ਪੱਥਰ ਉਹਨਾਂ ਕੋਲੋਂ ਟੁੱਟ ਗਿਆ ਔਰ ਕਹਿੰਦੇ ਹਨ ਉਸ ਪੱਥਰ ਦੇ ਵਿੱਚੋਂ ਕੀੜਾ ਨਿਕਲਿਆ ਜਿਹੜਾ ਕੁਝ ਖਾ ਰਿਹਾ ਸੀ। ਉਹਨਾਂ ਨੇ ਚੈੱਕ ਕੀਤਾ, ਜਿਸ ਤਰ੍ਹਾਂ ਖੰਡ ਹੁੰਦੀ ਇਸ ਤਰ੍ਹਾਂ ਦੀ ਕੋਈ ਮਿੱਠੀ ਚੀਜ਼ ਸੀ। ਉਹ ਪਰਿਪੂਰਨ ਪਰਮਾਤਮਾ, ਉਹ ਮੇਰਾ ਪਿਤਾ, ਉਹ ਤਾਂ ਸੰਸਾਰ ਦਾ ਜੋ ਪਿਤਾ ਹੈ ਉਹ ਤੇ ਬਹੁਤ ਵੱਡਾ ਗ੍ਰਸਤੀ ਹੈ। ਹੁਣ ਗ੍ਰਸਤ ਦੇ ਵਿੱਚ ਅਸੀਂ ਘਰ-ਬਾਰ ਬਣਾਉਂਦੇ ਹਾਂ, ਉਸਨੇ ਵੀ ਆਪਣੇ ਗ੍ਰਸਤ ਦੇ ਵਿੱਚ, ਕਿਉਂਕਿ ਉਸਦਾ ਪਰਿਵਾਰ ਵੱਡਾ ਹੈ, ਉਸਨੇ ਸੰਸਾਰ ਬਣਾ ਦਿੱਤਾ। ਹੁਣ ਐਡੇ ਵੱਡੇ ਪਰਿਵਾਰ ਨੂੰ ਰੱਖਣ ਲਈ ਐਡਾ ਵੱਡਾ ਘਰ ਤੇ ਬਣਾਉਣਾ ਹੀ ਸੀ ਨਾ। ਉਹ ਪਰਿਪੂਰਨ ਪਰਮਾਤਮਾ ਜਿਹੜਾ ਉਹ ਜੋਗੀ ਨਹੀਂ ਹੈ, ਉਹ ਗ੍ਰਸਤੀ ਹੈ। ਅਸੀਂ ਤੇ ਫਿਰ ਵੀ ਸੌਂ ਜਾਂਦੇ ਹਾਂ, ਪਰ ਉਹ ਤੇ ਸੌਂਦਾ ਹੀ ਨਹੀਂ ਹੈ। ਉਹ ਤੇ ਹਰ ਵਕਤ ਚੇਤਨਾ ਦੇ ਵਿੱਚ ਰਹਿੰਦਾ ਹੈ, ਕਿਉਂਕਿ ਜਿਤਨੀ ਕਿਸੇ ਦੀ ਜ਼ਿੰਮੇਵਾਰੀ ਹੈ ਉਸ ਦੀ ਚੇਤਨਾ ਉਤਨੀ ਹੀ ਵੱਡੀ ਹੁੰਦੀ ਹੈ। ਉਹ ਉਨਾ ਹੀ ਚੇਤਨ ਹੁੰਦਾ ਹੈ। ਉਹ ਤੇ ਸਾਰੀ ਚੇਤਨਤਾ ਦਾ ਮਾਲਕ ਹੈ, ਕਿਉਂਕਿ ਉਹ ਸਾਰੇ ਸੰਸਾਰ ਦਾ ਮਾਲਕ ਹੈ। ਸਾਰੀ ਚੇਤਨਤਾ ਦਾ ਉਹ ਆਪ ਮਾਲਕ ਬਣਿਆ ਬੈਠਾ ਹੈ। ਉਹ ਪਰਿਪਿਤਾ, ਉਹ ਗ੍ਰਸਤੀ ਹੈ। ਉਹ ਸਾਡੀ ਘਟ ਦੀ ਜਾਣਨ ਵਾਲਾ ਹੈ। ਉਹ ਸਾਨੂੰ ਜੋ ਦਿੰਦਾ ਹੈ, ਸਾਨੂੰ ਕਈ ਵਾਰੀ ਦੁਨੀਆ ਦੇ ਵਿੱਚ ਸਭ ਕੁਝ ਜਵਾਬ ਦੇ ਜਾਂਦੇ ਹਨ। ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਜਿੱਥੇ ਕੋਈ ਮਦਦ ਨਹੀਂ ਕਰ ਸਕਦਾ, ਉਹ ਪਰਮਾਤਮਾ ਉੱਥੇ ਵੀ ਪਹੁੰਚਾਉਂਦਾ ਹੈ। ਉਹ ਸਿਰਫ ਦਾਤਾਂ ਦਾ ਮਾਲਕ ਹੀ ਨਹੀਂ ਹੈ। ਇਹ ਨਹੀਂ ਹੈ ਕਿ ਉਹ ਦਾਤਾਂ, ਉਸਨੇ ਪਹੁੰਚਾਉਣ ਦੇ ਵਸੀਲੇ ਵੀ ਕੀਤੇ ਹੋਏ ਹਨ। ਹਰ ਚੀਜ਼ ਨੂੰ, ਹਰ ਪਸ਼ੂ ਪੰਛੀ ਨੂੰ, ਹਰ ਜੀਵ ਨੂੰ ਜਿਸਨੇ ਪੈਦਾ ਕੀਤਾ ਹੈ, ਉਹ ਉਸ ਨੂੰ ਉੱਥੇ ਦਿੰਦਾ ਹੈ। ਇਹ ਇਨਸਾਨ, ਤੂੰ ਉਸ ਦੀ ਕਰਨੀ ਦਾ, ਤੂੰ ਉਸ ਦੇ ਦੇਣ ਦਾ ਅੰਤ ਨਹੀਂ ਪਾ ਸਕਦਾ। ਉਹਦੀਆਂ ਉਹ ਆਪ ਹੀ ਜਾਣਦਾ ਹੈ। ਉਹ ਇੰਨੀ ਵੱਡੀ ਗ੍ਰਸਤੀ ਨੂੰ ਕਿਸ ਤਰ੍ਹਾਂ ਚਲਾਉਂਦਾ ਹੈ, ਉਹ ਕਿਸ ਤਰ੍ਹਾਂ ਦੇਖਦਾ ਹੈ ਸਾਰਿਆਂ ਨੂੰ, ਇਹ ਉਸ ਨੂੰ ਹੀ ਪਤਾ ਹੈ। ਇਹ ਇਨਸਾਨ, ਤੂੰ ਇਹ ਚੀਜ਼ ਉਸ ਪਰਿਪੂਰਨ ਪਰਮਾਤਮਾ ਦਾ ਅੰਤ ਪਾਉਣਾ ਛੱਡ ਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਨਾ ਤੂੰ ਸਿਫਤਾਂ ਦਾ ਅੰਤ ਹੋ ਸਕਦਾ ਉਸ ਦੀਆਂ ਕਰਦੇ ਦਾ, ਨਾ ਕਹਿਣੀ ਦੇ ਵਿੱਚ ਤੂੰ ਉਸ ਨੂੰ ਲੈ ਸਕਦਾ ਹੈ, ਨਾ ਉਸ ਦੇ ਕਰਨੇ ਦੀ, ਜੋ ਕੁਛ ਉਸਨੇ ਕੀਤਾ ਹੈ, ਜੋ ਅਸਥੂਲ ਸਰੀਰ ਉਸਨੇ ਬਣਾਏ ਹੈ, ਜਾਂ ਜੋ ਅਸਥੂਲ ਚੀਜ਼ਾਂ ਉਸਨੇ ਪਹਾੜ ਸਮੁੰਦਰ ਬਣਾਏ ਹਨ, ਉਹਨਾਂ ਦਾ ਤੂੰ ਅੰਤ ਨਹੀਂ ਪਾ ਸਕਦਾ। ਤੇ ਨਾ ਹੀ ਉਸਦੀ ਦੇਣ ਦਾ ਤੂੰ ਅੰਤ ਪਾ ਸਕਦਾ ਹੈ ਕਿ ਉਹ ਕਿੱਥੇ ਕਿਸ ਨੂੰ ਪਹੁੰਚਾ ਰਿਹਾ ਹੈ। ਕੱਛੂ ਕੁੰਮੀ ਪਾਣੀ ਦੇ ਵਿੱਚ ਹੈ, ਬੱਚੇ ਬਾਹਰ ਹਨ, ਨਾ ਉੱਥੇ ਪਾਣੀ ਹੈ ਨਾ ਦੁੱਧ ਹੈ, ਕੌਣ ਦੇ ਰਿਹਾ ਹੈ? ਇਹ ਇਨਸਾਨ ਸੋਚ। ਪੂੰਝ ਦੇ ਬੱਚਿਆਂ ਨੂੰ ਕੌਣ ਦੇ ਸਕਦਾ ਹੈ? ਕਿੰਨੀ ਦੂਰ ਚਲੀਆਂ ਜਾਂਦੀਆਂ ਹਨ, ਉਹਨਾਂ ਨੂੰ ਕੌਣ ਦੇ ਰਿਹਾ ਹੈ? ਉਸ ਪਰਿਪੂਰਨ ਪਰਮਾਤਮਾ ਦੀ ਜੋ ਵਿਧੀ ਹੈ ਉਹ ਕਿਸ ਤਰੀਕੇ ਨਾਲ ਦੇ ਰਿਹਾ ਹੈ ਜਾਂ ਕੀ ਕਰ ਰਿਹਾ ਹੈ, ਉਸ ਦਾ ਤੂੰ ਅੰਤ ਨਹੀਂ ਪਾ ਸਕਦਾ। ਅੰਤ ਨਾ ਵੇਖਣ, ਸੁਣਨ ਨਾ ਅੰਤ। ਹੁਣ ਇਨਸਾਨ ਦੀ ਇੱਕ ਚੀਜ਼ ਹੈ, ਉਹ ਕਿਸੇ ਵੀ ਚੀਜ਼ ਨੂੰ ਵੇਖ ਕੇ ਯਕੀਨ ਕਰਦਾ ਹੈ। ਕਹਿ ਦਿੰਦਾ ਹੈ ਕਿ ਮੈਂ ਇਸ ਚੀਜ਼ ਨੂੰ ਵੇਖਿਆ ਨਹੀਂ ਹੈ, ਮੈਂ ਨਹੀਂ ਮੰਨਾਂਗਾ। ਮੈਂ ਸੁਣ ਕੇ ਨਹੀਂ ਮੰਨਾਂਗਾ, ਮੈਂ ਕਿਸੇ ਦੀ ਚੀਜ਼ ਨੂੰ ਪੜ੍ਹ ਕੇ ਨਹੀਂ ਮੰਨਾਂਗਾ। ਹਾਂ, ਮੈਂ ਪ੍ਰਤੱਖ ਪ੍ਰਮਾਣ ਜੋ ਹੈ ਮੈਂ ਉਸ ਨੂੰ ਦੇਖਾਂਗਾ ਤਾਂ ਮੰਨਾਂਗਾ, ਤਾਂ ਪਤੀਜਦਾ ਹੈ ਮਨੁੱਖ ਵੇਖ ਕੇ। ਇਹ ਸੁਭਾਵਕ ਰੁਚੀ ਹੈ, ਵੇਖਣੀ ਚਾਹੁੰਦਾ ਹੈ। ਹੁਣ ਇਨਸਾਨ ਨੂੰ ਇਹ ਤੇ ਪਤਾ ਹੀ ਨਹੀਂ ਹੈ ਕਿ ਇਨਸਾਨ ਦੀ ਅੱਖ ਜਿਸ ਦੇ ਨਾਲ ਉਹ ਪਰਿਪੂਰਨ ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ, ਉਸ ਦੀ ਸ਼ਕਤੀ ਤੇ ਇੱਕ ਸੂਰਜ ਨੂੰ ਦੇਖਣ ਦੀ ਵੀ ਨਹੀਂ ਹੈ। ਹੁਣ ਇੱਕ ਸੂਰਜ, ਦੁਪਹਿਰ ਦੀ ਸਿਖਰ ਦੁਪਹਿਰੇ ਸੂਰਜ ਟਿਕਿਆ ਹੋਵੇ ਤੇ ਉਹਦੇ ਵੱਲ ਇੱਕ ਅੱਖ ਭਰ ਕੇ ਦੇਖਣਾ ਬਹੁਤ ਨੁਕਸਾਨਦਾਇਕ ਹੈ। ਅਸੀਂ ਨਹੀਂ ਦੇ ਸਕਦੇ। ਸਾਡੀਆਂ ਅੱਖਾਂ ਝੁਲਸ ਸਕਦੀਆਂ ਹਨ, ਸਾਡਾ ਜੋ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਨਿਗਾਹ ਜਾ ਸਕਦੀ ਹੈ, ਕਮਜ਼ੋਰ ਹੋ ਸਕਦੀਆਂ ਹਨ। ਪਰ ਅਸੀਂ ਜੋ ਕਰੋੜਾਂ ਸੂਰਜਾਂ ਵਰਗਾ ਉਹ ਪਰਿਪੂਰਨ ਪਰਮਾਤਮਾ ਹੈ, ਅਸੀਂ ਉਸ ਨੂੰ ਦੇਖਣਾ ਚਾਹੁੰਦੇ ਹਾਂ, ਅਸੀਂ ਉਸ ਨੂੰ ਪਾਉਣਾ ਚਾਹੁੰਦੇ ਹਾਂ। ਇਹ ਵੇਖਣਾ ਜੋ ਹੈ ਇਹ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਤੂੰ ਪੂਰਨ ਰੂਪ ਵਿੱਚ ਸੂਰਜ ਨੂੰ ਨਹੀਂ ਦੇਖ ਸਕੇਗਾ। ਆਦਿ ਕਾਲ ਤੋਂ ਜੋ ਯੋਗੀ ਲੋਕ ਹਨ ਜਾਂ ਜੋ ਉਸ ਪਰਮਾਤਮਾ ਦੇ ਨਾਲ ਮਿਲੇ ਸਨ, ਉਹਨਾਂ ਨੇ ਹੱਠ ਕੀਤਾ। ਇੱਕ ਵਾਰੀ ਅਰਜਨ ਨੇ ਵੀ ਕ੍ਰਿਸ਼ਨ ਨੂੰ ਕਿਹਾ ਸੀ ਕਿ ਮਹਾਰਾਜ ਮੈਨੂੰ ਆਪਣਾ ਵਿਰਾਟ ਰੂਪ ਦਿਖਾਓ। ਲੇਕਿਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਸੀ, ਇਹ ਅਰਜਨ ਤੂੰ ਹਲੇ ਤਿਆਰ ਨਹੀਂ ਹੈ, ਤੇਰੀਆਂ ਅੱਖਾਂ ਦੇ ਵਿੱਚ ਉਹ ਤਾਬ ਨਹੀਂ ਹੈ, ਤੂੰ ਮੇਰਾ ਵਿਰਾਟ ਰੂਪ ਨਹੀਂ ਦੇਖ ਸਕੇਗਾ। ਮਨਾ ਕਰ ਦਿੱਤਾ ਸੀ ਕ੍ਰਿਸ਼ਨ ਨੇ ਵੀ ਅਰਜਨ ਨੂੰ ਆਪਣਾ ਵਿਰਾਟ ਰੂਪ ਦਿਖਾਉਣ ਦੇ ਲਈ। ਕੋਹੇ ਤੂਰ ਤੇ ਬੈਠ ਕੇ ਯਹੂਦੀਆਂ ਦੇ ਹਜ਼ਰਤ ਮੂਸਾ ਨੇ ਵੀ ਇਹ ਗੱਲ ਕਹੀ ਸੀ ਕਿ ਇਹ ਪਰਿਪੂਰਨ ਪਰਮਾਤਮਾ, ਇਹ ਖੁਦਾ
ਮੈਂ ਤੇਰਾ ਪੂਰਨ ਰੂਪ ਦਾ ਜਲਵਾ ਦੇਖਣਾ ਚਾਹੁੰਦਾ ਹਾਂ, ਮੈਂ ਤੈਨੂੰ ਪੂਰਨ ਰੂਪ ਦੇ ਵਿੱਚ ਦੇਖਣਾ ਚਾਹੁੰਦਾ ਹਾਂ। ਖੁਦਾ ਤੋਂ ਇਲਹਾਮ ਹੋਇਆ, ਐ ਮੂਸਾ, ਜੋ ਤੂੰ ਮੇਰੀ ਝਲਕ ਦੇਖ ਰਿਹਾ ਹੈ ਇਤਨੀ ਹੀ ਬਹੁਤ ਹੈ। ਤੂੰ ਮੇਰਾ ਜੋ ਸਰੂਪ ਹੈ ਉਹ ਦੇਖ ਨਹੀਂ ਸਕੇਗਾ। ਪਰ ਮੂਸਾ ਜੋ ਸੀ ਉਹਨੇ ਹਠ ਕੀਤਾ। ਹੁਣ ਇੱਕ ਬੱਚਾ ਹੈ, ਕਮਰੇ ਦੇ ਵਿੱਚ ਸੂਰਜ ਦੀ ਥੋੜ੍ਹੀ ਜਿਹੀ ਰੋਸ਼ਨੀ ਆ ਰਹੀ ਹੈ, ਕਿਰਨ ਆ ਰਹੀ ਹੈ, ਜਾਂ ਧੁੱਪ ਦੀ ਥੋੜ੍ਹੀ ਜਿਹੀ ਰੋਸ਼ਨੀ ਆ ਰਹੀ ਹੈ। ਹੁਣ ਉਹ ਬੱਚਾ ਜਿੱਦ ਕਰੇ ਕਿ ਮੈਂ ਸੂਰਜ ਨੂੰ ਆਪਣੇ ਕਮਰੇ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ, ਮੈਂ ਉਸ ਨੂੰ ਆਪਣੇ ਕਮਰੇ ਦੇ ਵਿੱਚ ਬਿਠਾਉਣਾ ਚਾਹੁੰਦਾ ਹਾਂ, ਤੇ ਉਹ ਉਸ ਬੱਚੇ ਦੀ ਨਾਦਾਨਗੀ ਹੋਵੇਗੀ, ਕਿਉਂਕਿ ਉਸ ਨੂੰ ਕਮਰੇ ਦੇ ਵਿੱਚ ਨਹੀਂ ਲਿਆ ਸਕਦਾ। ਮੂਸਾ ਨੇ ਵੀ ਹਠ ਕੀਤਾ। ਜਦੋਂ ਖੁਦਾ ਪਰਮ ਪਿਤਾ ਦਇਆ ਦੇ ਘਰ ਵਿੱਚ ਆਇਆ ਤੇ ਉਹਨੇ ਕਿਹਾ, ਅੱਛਾ ਮੂਸਾ, ਜੇ ਤੂੰ ਦੇਖਣਾ ਚਾਹੁੰਦਾ ਹੈ ਤਾਂ ਦੇਖ। ਕਹਿੰਦੇ ਜਦੋਂ ਉਹ ਪਰਿਪੂਰਨ ਪਰਮਾਤਮਾ ਵਿਰਾਟ ਰੂਪ ਦੇ ਵਿੱਚ ਆਇਆ, ਮੂਸਾ ਬੇਹੋਸ਼ ਹੋ ਗਿਆ। ਯਹੂਦੀਆਂ ਦੀ ਗਾਥਾ ਦੇ ਵਿੱਚ ਹੈ ਕਿ ਮੂਸਾ 3 ਦਿਨ ਤੱਕ ਬੇਹੋਸ਼ ਰਿਹਾ। ਤੀਜੇ ਦਿਨ ਜਾ ਕੇ ਜਦੋਂ ਮੂਸਾ ਉੱਠਿਆ ਤੇ ਉਸਨੇ ਉੱਠ ਕੇ ਇਹ ਕਿਹਾ, ਐ ਪਿਤਾ, ਮੈਂ ਤੇਰਾ ਵਿਰਾਟ ਰੂਪ ਨਹੀਂ ਦੇ ਸਕਦਾ, ਮੈਂ ਤੈਨੂੰ ਪੂਰਨ ਤੌਰ ਤੇ ਨਹੀਂ ਦੇਖ ਸਕਦਾ। ਯਹੂਦੀਆਂ ਨੇ ਦਾਅਵੇ ਕੀਤੇ ਹਨ ਕਿ ਅਸੀਂ ਉਸ ਨੂੰ ਸੁਣ ਲਿਆ ਹੈ, ਅਸੀਂ ਕਰ ਲਿਆ ਹੈ, ਅਸੀਂ ਪਾ ਲਿਆ ਹੈ ਉਸ ਪਰਮਾਤਮਾ ਨੂੰ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਨਹੀਂ, ਤੂੰ ਉਸ ਨੂੰ ਨਹੀਂ ਪਾ ਸਕਦਾ। ਮੂਸਾ ਨੇ ਵੀ ਹੱਥ ਜੋੜ ਦਿੱਤੇ ਸੀ ਕਿ ਇਹ ਪਰਿਪੂਰਨਾ, ਮੈਂ ਤੇਰਾ ਵਿਰਾਟ ਰੂਪ ਨਹੀਂ ਦੇ ਸਕਦਾ। ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ, ਅੰਤ ਨਾ ਜਾਪੈ ਕਿਆ ਮਨਮੰਤ। ਹੁਣ ਉਸ ਪਰਮਾਤਮਾ ਦੇ ਮਨ ਦੇ ਵਿੱਚ ਕੀ ਹੈ, ਉਹ ਕਿਹੜਾ ਮਤਾ ਪਕਾ ਰਿਹਾ ਹੈ, ਉਹ ਕਿਹੜੀ ਸਲਾਹ ਕਰ ਰਿਹਾ ਹੈ, ਇਹ ਮਨੁੱਖ ਤੋਂ ਨਹੀਂ ਜਾਣ ਸਕਦਾ। ਜੇ ਅਸੀਂ ਵੀ ਕੋਈ ਸਲਾਹ ਕਰਨੀ ਹੋਵੇ, ਅਸੀਂ 5-10 ਇਨਸਾਨ ਬੈਠ ਜਾਂਦੇ ਹਾਂ, ਸਾਨੂੰ ਆਪਣੇ ਮਨ ਦੀ ਗੱਲ ਦੱਸਣੀ ਪੈਂਦੀ ਹੈ ਕਿ ਮੈਂ ਆਹ ਸੋਚ ਰਿਹਾ ਹਾਂ, ਜਿਹਦੇ ਨਾਲ ਦੂਸਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੋਚ ਰਿਹਾ, ਦੂਸਰਾ ਆਪਣੀ ਵਿਚਾਰ ਦੱਸਦਾ ਹੈ, ਸਾਨੂੰ ਇੱਕ ਦੂਸਰੇ ਦੀ ਮਨ ਦੀ ਗੱਲ ਪਤਾ ਲੱਗ ਜਾਂਦੀ ਹੈ। ਉਹ ਜੋ ਅਸੀਂ ਮਤਾ ਪਕਾ ਰਹੇ ਹੁੰਦੇ ਹਾਂ, ਉਹਦੇ ਵਿੱਚ ਸਾਨੂੰ ਆਪਣੇ ਮਨ ਦੀ ਗੱਲ ਦੱਸਣੀ ਪੈਂਦੀ ਹੈ, ਸਲਾਹ ਮਸ਼ਵਰਾ ਕਰਨਾ ਪੈਂਦਾ ਹੈ। ਪਰ ਉਹ ਪਰਿਪੂਰਨ ਪਰਮਾਤਮਾ, ਉਹ ਤੇ ਸਲਾਹ ਹੀ ਕਿਸੇ ਨਾਲ ਨਹੀਂ ਕਰਦਾ। ਹੁਣ ਉਹਦੇ ਮਨ ਦੇ ਵਿੱਚ ਕੀ ਹੈ, ਉਹ ਸਾਡੇ ਲਈ ਕੀ ਸੋਚ ਰਿਹਾ ਹੈ, ਉਹ ਸੰਸਾਰ ਦੇ ਲਈ ਕੀ ਸੋਚ ਰਿਹਾ ਹੈ, ਇਹ ਕੌਣ ਜਾਣੇ। ਉਹ ਨਾ ਕਿਸੇ ਨਾਲ ਮਸ਼ਵਰਾ ਕਰੇ, ਉਹਦੀ ਗੱਲ ਤੇ ਸਿਰਫ ਉਹ ਹੀ ਜਾਣ ਸਕਦਾ ਹੈ। ਗਿਆਨੀ ਜੋਤਸ਼ੀ ਜੋ ਹਨ, ਉਹ ਭਵਿੱਖਬਾਣੀਆਂ ਕਰਦੇ ਹਨ, ਇਸ ਤਰ੍ਹਾਂ ਪਰਲੋ ਆ ਜਾਏਗੀ, ਇਸ ਤਰ੍ਹਾਂ ਇਹ ਆ ਜਾਏਗਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਨਹੀਂ, ਤੂੰ ਉਸ ਦੇ ਮੰਤ ਦਾ ਕੋਈ ਪਤਾ ਨਹੀਂ ਲਗਾ ਸਕਦਾ। ਜੇ ਤੂੰ ਇਹ ਕਹਿਣਾ ਹੈ ਕਿ ਜੋ ਉਸਨੇ ਕਰਨਾ ਹੈ ਮੈਨੂੰ ਪਤਾ ਲੱਗ ਗਿਆ, ਇਹ ਤੇ ਉਸਦਾ ਅੰਤ ਪਾਉਣਾ ਹੋ ਗਿਆ, ਪਰ ਤੂੰ ਉਸਦਾ ਅੰਤ ਨਹੀਂ ਪਾ ਸਕੇਗਾ। ਇਸੇ ਲਈ ਗੁਰੂ ਸਾਹਿਬ ਨੇ ਜੋ ਜੋਤਿਸ਼ ਦੀ ਬਾਣੀ ਹੈ, ਜਾਂ ਜੋ ਭਵਿੱਖ ਦੀ ਬਾਣੀ ਕਰਦੇ ਹਨ, ਉਸ ਤੋਂ ਗੁਰਸਿੱਖਾਂ ਨੂੰ ਦੂਰ ਰੱਖਿਆ ਹੈ। ਗੁਰਬਾਣੀ ਦੇ ਵਿੱਚ ਕਿਹਾ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਕਿਉਂਕਿ ਤੁਸੀਂ ਉਸ ਪਿਤਾ ਦੇ ਮੰਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਸਾਡੇ ਲਈ ਕੀ ਕਰ ਰਿਹਾ ਹੈ। ਅਸੀਂ ਕਈ ਵਾਰੀ ਸੋਗੀ ਹੁੰਦੇ ਹਾਂ, ਕਈ ਵਾਰੀ ਖੁਸ਼ ਹੁੰਦੇ ਹਾਂ। ਹੁਣ ਜਿਸ ਤਰ੍ਹਾਂ ਅਸੀਂ ਇੱਕ ਮਕਾਨ ਹੀ ਬਣਾਉਣਾ ਹੋਵੇ, ਅਸੀਂ ਇੱਟਾਂ ਲੈ ਕੇ ਆਉਂਦੇ ਹਾਂ, ਇੱਕ ਇੱਕ ਇੱਟ ਦਾ ਮੁੱਲ ਹੈ। ਔਰ ਜਦੋਂ ਅਸੀਂ ਉੱਥੋਂ ਇੱਟਾਂ ਲੈਂਦੇ ਹਾਂ, ਅਸੀਂ ਭੱਠੇ ਵਾਲੇ ਨੂੰ ਕਹਿੰਦੇ ਹਾਂ ਕਿ ਇਹਦੇ 'ਚ ਰੋੜੇ ਨਾ ਪਾਈ, ਸਾਨੂੰ ਸਾਬਤ ਇੱਟਾਂ ਚਾਹੀਦੀਆਂ ਹਨ। ਜਿਹੜਾ ਲੱਦ ਕੇ ਲਿਆਉਂਦਾ, ਅਸੀਂ ਉਸ ਨੂੰ ਵੀ ਕਹਿੰਦੇ ਹਾਂ ਕਿ ਜਦੋਂ ਇਹ ਲਦਾਏਗਾ, ਖਿਆਲ ਰੱਖੀ ਸਾਬਤ ਇੱਟ ਚਾਹੀਦੀ ਹੈ। ਹੁਣ ਜੇ ਉਹ ਰੋੜੇ ਪਾ ਦਿੰਦਾ, ਅਸੀਂ ਉਸ ਨਾਲ ਨਾਰਾਜ਼ ਹੁੰਦੇ ਹਾਂ, ਜਾ ਕੇ ਉਲਾਮਾ ਦਿੰਦੇ ਹਾਂ ਕਿ ਤੂੰ ਵਿੱਚ ਰੋੜੇ ਪਾ ਦਿੱਤੇ ਹਨ। ਪਰ ਜਦੋਂ ਲਿਆਉਣ ਵਾਲੇ ਨੇ ਸਾਬਤ ਇੱਟਾਂ ਲੈ ਆਂਦੀਆਂ, ਖਰੀਦਣ ਵਾਲੇ ਨੇ ਖਰੀਦ ਲਈਆਂ, ਜਦੋਂ ਅਸੀਂ ਮਿਸਤਰੀ ਨੂੰ ਦਿੰਦੇ ਹਾਂ ਕਿ ਇਹ ਤੂੰ ਮਕਾਨ ਉਸਾਰਨਾ ਹੈ, ਹੁਣ ਉਹ ਮਿਸਤਰੀ ਦਾ ਮਕਸਦ ਕੀ ਹੈ? ਉਸ ਮਕਾਨ ਨੂੰ ਖੜਾ ਕਰਨਾ। ਜਿੱਥੇ ਉਸ ਨੂੰ ਰੋੜਾ ਚਾਹੀਦਾ ਹੈ, ਉਹਨੇ 1 ਸਕਿੰਟ ਨਹੀਂ ਲਾਉਣਾ, ਉਹਨੇ ਇੱਟ ਨੂੰ ਕਾਂਡੀ ਮਾਰਨੀ ਹੈ, ਜਿੱਥੇ ਰੋੜਾ ਚਾਹੀਦਾ ਚੱਕ ਕੇ ਲਾ ਦੇਣਾ। ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿੰਨੀ ਕੀਮਤ ਹੈ। ਪਰਿਪੂਰਨ ਪਰਮਾਤਮਾ ਵੀ ਐਸਾ ਹੀ ਹੈ। ਉਸ ਨੂੰ ਇਸ ਸ੍ਰਿਸ਼ਟੀ ਦਾ ਪਤਾ ਹੈ ਕਿ ਇਹ ਸ੍ਰਿਸ਼ਟੀ ਮੈਨੂੰ ਕਿੰਨੀ ਚਾਹੀਦੀ ਹੈ, ਇਹਦੇ ਵਿੱਚ ਕਿੰਨੀ ਸ੍ਰਿਸ਼ਟੀ ਦੀ ਲੋੜ ਹੈ, ਕਿੰਨੀ ਮੈਂ ਸਾਂਭਣੀ ਚਾਹੁੰਦਾ। ਜਿਸ ਦੀ ਲੋੜ ਨਹੀਂ ਹੈ, ਉਹ ਵੀ ਕਾਂਡੀ ਮਾਰ ਕੇ ਪਾਸੇ ਕਰ ਦਿੰਦਾ ਹੈ। ਉਹ ਇਹ ਨਹੀਂ ਦੇਖਦਾ ਹੈ ਬੱਚਾ ਹੈ, ਬੁੱਢਾ ਹੈ, ਕੋਈ ਨਹੀਂ ਹੈ। ਉਹ ਵੀ ਇਸੇ ਤਰ੍ਹਾਂ ਨੂੰ ਪਤਾ ਹੈ ਕਿ ਕਿੱਥੇ ਰੋੜਾ ਚਾਹੀਦਾ, ਕਿੱਥੇ ਨਹੀਂ ਚਾਹੀਦਾ। ਉਹ ਇਸੇ ਤਰ੍ਹਾਂ ਹੀ ਆਪਣੀ ਸ੍ਰਿਸ਼ਟੀ ਜਿਹੜੀ ਹੈ, ਜਿਸ ਤਰ੍ਹਾਂ ਮਕਾਨ ਬਣਾਉਣ ਵਾਲਾ ਆਪਣੀ ਕੰਧ ਨੂੰ ਸਿੱਧਾ ਰੱਖਦਾ ਹੈ, ਆਪਣੇ ਉਸ ਮਕਸਦ ਨੂੰ ਸਿੱਧਾ ਰੱਖਦਾ, ਪਰਿਪੂਰਨ ਪਰਮਾਤਮਾ ਵੀ ਇਹੀ ਕਰਦਾ ਹੈ ਕਿ ਜਿੰਨੀ ਸ੍ਰਿਸ਼ਟੀ ਮੈਨੂੰ ਚਾਹੀਦੀ ਹੈ ਉਨੀ ਹੀ ਰੱਖਦਾ ਹੈ। ਉਸ ਨੂੰ ਇਹ ਪਰਵਾਹ ਨਹੀਂ ਕਿਸੇ ਦੀ ਕਿੰਨੀ ਕੀਮਤ ਹੈ।
ਉਸਨੇ ਤੇ ਆਪਣਾ ਜੋ ਕਾਰਜ ਹੈ ਉਹ ਕਰਨਾ ਹੈ। ਇਸ ਲਈ ਸਾਨੂੰ ਉਹਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਸਾਨੂੰ ਸੋਗੀ ਨਹੀਂ ਹੋਣਾ ਚਾਹੀਦਾ। ਉਹਦੀ ਖੇਤੀ ਹੈ, ਉਹ ਲੈ ਜਾਂਦਾ ਹੈ। ਉਸਨੇ ਜੋ ਬਣਾਇਆ ਹੈ, ਜੋ ਘੜਿਆ ਹੈ, ਉਸਦੇ ਵੱਸ ਹੈ। ਉਸਨੇ ਲਿਆ, ਉਸਨੇ ਲੈ ਲਿਆ। ਉਹਦੀ ਰਜ਼ਾ ਦੇ ਵਿੱਚ ਰਹਿਣਾ ਜੋ ਹੈ, ਗੁਰੂ ਸਾਹਿਬ ਜੀ ਦਾ ਫਰਮਾਨ ਇਹੀ ਹੈ ਕਿ ਇਹ ਇਨਸਾਨ ਤੋਂ ਭੱਜ ਨਾ, ਤੂੰ ਕਿਸੇ ਚੀਜ਼ ਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰ। ਉਸ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਨਾ ਕਰ। ਉਹ ਜੋ ਕੁਝ ਕਰ ਰਿਹਾ ਹੈ ਉਹ ਤੇਰੇ ਹਿੱਤ ਦੇ ਵਿੱਚ ਹੀ ਹੋ ਰਿਹਾ ਹੈ। ਤੇਰੀ ਉਸਦੇ ਰਜ਼ਾ ਦੇ ਵਿੱਚ ਹੀ ਰਹਿਣਾ ਜੋ ਹੈ ਉਹ ਤੇਰੇ ਵੱਸ ਦੀ ਗੱਲ ਹੈ। ਗੁਰੂ ਸਾਹਿਬ ਜੀ ਦਾ ਇਹ ਸਿਧਾਂਤਕ ਨੁਕਤਾ ਜੋ ਹੈ ਕਿ ਭਵਿੱਖਬਾਣੀ ਨਹੀਂ ਉਹਦੀ ਕੀਤੀ ਜਾ ਸਕਦੀ ਉਸ ਪਰਮ ਪਿਤਾ ਦੀ। ਬੀਓ ਪੂਛ ਨਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੇ। ਉਹ ਕਿਸੇ ਨੂੰ ਕੁਝ ਪੁੱਛ ਕੇ ਨਹੀਂ ਕਰਦਾ। ਉਹ ਜੋ ਕੁਝ ਕਰਦਾ ਹੈ ਆਪਣੀ ਸਲਾਹ ਦੇ ਨਾਲ ਕਰਦਾ ਹੈ, ਆਪਣੇ ਮਸ਼ਵਰੇ ਦੇ ਨਾਲ ਕਰਦਾ ਹੈ। ਉਸਨੂੰ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਹੈ। ਇਸ ਕਰਕੇ ਇਹ ਇਨਸਾਨ ਤੋਂ ਉਸਦਾ ਅੰਤ ਨਹੀਂ ਪਾ ਸਕਦਾ ਕਿ ਉਹਦੇ ਮਨ ਦੇ ਵਿੱਚ ਕੀ ਹੈ, ਉਹ ਇਸ ਵਕਤ ਕੀ ਸੋਚ ਰਿਹਾ ਹੈ, ਤੇਰੇ ਨਾਲ ਸੁਬਾਹ ਕੀ ਹੋ ਜਾਣਾ ਹੈ, ਇੱਕ ਘੜੀ ਨੂੰ ਕੀ ਹੋ ਜਾਣਾ ਹੈ, ਉਸ ਪਰਮਾਤਮਾ ਨੇ ਕੀ ਮਤਾ ਪਕਾਇਆ ਹੋਇਆ ਹੈ, ਤੂੰ ਉਸਦਾ ਅੰਤ ਨਹੀਂ ਪਾ ਸਕਦਾ। ਭਗਤ ਕਬੀਰ ਜੀ ਵੀ ਕਹਿੰਦੇ ਹਨ, ਜੋ ਮੈਂ ਚਿਤਵੈ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਆਪਣਿਆਂ ਚਿਤਵਿਆਂ ਹਰ ਆਪਣਾ ਚਿਤਵਾ ਹਰ ਕਰੇ, ਜੋ ਮੇਰੇ ਚਿਤ ਨਾ ਹੋਏ। ਕਿ ਮੈਂ ਤੇ ਹੋਰ ਕਹਾਣੀਆਂ ਦੇ ਵਿੱਚ ਬੈਠਾ ਸੀ, ਮੈਂ ਇਸ ਤਰ੍ਹਾਂ ਕਰਾਂਗਾ, ਮੈਂ ਉਸ ਤਰ੍ਹਾਂ ਕਰਾਂਗਾ, ਪਰ ਮੇਰੇ ਕਹਿਣ ਦੇ ਜਾਂ ਮੇਰੇ ਕਰਨ ਦੇ ਵਿੱਚ ਕੀ ਹੈ, ਉੱਥੇ ਹੋਣਾ ਤੇ ਉਹੀ ਹੈ ਜੋ ਉਸ ਪਰਮਾਤਮਾ ਨੇ ਕਰਨਾ ਹੈ। ਜੋ ਮੈਂ ਸੋਚਿਆ ਉਹ ਸੀ ਉਹ ਨਹੀਂ, ਉਸਨੇ ਕੁਝ ਹੋਰ ਕਰ ਦਿੱਤਾ, ਕਿਉਂਕਿ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਉਹ ਪਰਮਾਤਮਾ ਜੋ ਕੁਝ ਵੀ ਕਰਦਾ ਹੈ ਉਹ ਹਮੇਸ਼ਾ ਹੀ ਸਾਡੇ ਹਿੱਤ ਦੇ ਵਿੱਚ ਹੁੰਦਾ ਹੈ। ਸਾਡੀ ਜੋ ਭਾਵਨਾ ਉਸ ਪਰਮਾਤਮਾ ਦੇ ਨਾਲ, ਸਾਡਾ ਵਿਸ਼ਵਾਸ ਚਾਹੀਦਾ ਹੈ। ਜਿਸ ਤਰ੍ਹਾਂ ਇੱਕ ਕੀੜੇ ਦਾ ਵਿਸ਼ਵਾਸ ਹੈ ਕਿ ਉਹ ਮੈਨੂੰ ਦੇਗਾ, ਉਹਦੇ ਵਿੱਚੋਂ ਉਹ ਬਾਹਰ ਨਹੀਂ ਜਾਂਦਾ, ਕੋਸ਼ਿਸ਼ ਨਹੀਂ ਕਰਦਾ। ਉਹਨੂੰ ਪਤਾ ਹੈ ਕਿ ਉਹ ਪਰਿਪੂਰਨ ਪਰਮਾਤਮਾ ਦੇਣ ਵਾਲਾ ਹੈ। ਇੱਕ ਇਨਸਾਨ ਹੀ ਹੈ ਜਿਸ ਨੂੰ ਉਸਦੀ ਦੇਣੀ ਤੇ ਉਸਦੀ ਕਰਨੀ ਤੇ ਭਰੋਸਾ ਨਹੀਂ ਹੈ। ਅਸੀਂ ਸੋਚ ਲੈਂਦੇ ਹਾਂ ਕਿ ਅਸੀਂ ਅਰਦਾਸ ਕਰਾਂਗੇ ਸ਼ਾਇਦ ਤਾਂ ਹੀ ਉਹ ਸਾਡੀ ਸੁਣੇਗਾ, ਤਾਂ ਹੀ ਉਹ ਸਾਡੀ ਅਰਦਾਸ ਅਸੀਂ ਕਰਾਂਗੇ ਉਹ ਸੁਣੇਗਾ। ਇਹ ਇਨਸਾਨ ਉਹ ਤੇ ਅੰਦਰ ਦੀ ਜਾਣਦਾ ਹੈ। ਤੂੰ ਆਪਣੇ ਮਨ ਦੇ ਵਿੱਚ ਭਰੋਸਾ ਕਰਕੇ ਆਪਣੇ ਮਨ ਦੇ ਵਿੱਚ ਚਿਤਵ ਤੇ ਸਹੀ, ਤੂੰ ਕੀ ਚਿਤਵਿਆ ਉਸਨੂੰ ਪਤਾ ਹੈ। ਦੁਨੀਆ ਦੇ ਕੋਲੋਂ ਅਸੀਂ ਭੱਜ ਨਾ ਸਕਦੇ ਹਾਂ। ਕਿਸੇ ਅਦਾਲਤ ਦੇ ਵਿੱਚ ਕੋਈ ਜੁਰਮ ਕਰਕੇ ਭੱਜ ਗਿਆ, ਭਗੌੜਾ ਹੋ ਗਿਆ, ਪਰ ਉਹ ਜੋ ਪਿਤਾ ਹੈ ਉਹਦੀ ਨਜ਼ਰ ਤੋਂ ਅਸੀਂ ਨਹੀਂ ਬਚ ਸਕਾਂਗੇ। ਇਹ ਇਨਸਾਨ ਉਹਦੀ ਨਜ਼ਰ, ਹਰ ਇਨਸਾਨ ਨੂੰ ਜੋ ਹੈ ਆਪਣੀ ਨਜ਼ਰ ਦੇ ਵਿੱਚੋਂ ਉਹ ਕੱਢਦਾ ਹੈ। ਕਿੱਥੇ ਭੱਜੇਗਾ, ਕਿੱਥੇ ਜਾਏਗਾ। ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਇਹ ਬੰਦੇ ਦੁਨੀਆ ਤੋਂ ਤੂੰ ਭੱਜ ਸਕਦਾ ਹੈ, ਪਰ ਉਹਦੇ ਤੋਂ ਤੂੰ ਭੱਜ ਨਹੀਂ ਸਕਦਾ। ਉਹਦੀ ਨਿਗਾਹ ਦੇ ਵਿੱਚ ਤੂੰ ਹਰ ਵੇਲੇ ਹੈ। ਤੂੰ ਜੋ ਚਿਤਵਦਾ ਹੈ, ਤੂੰ ਜੋ ਸੋਚਦਾ ਹੈ, ਤੂੰ ਜੋ ਕਰਦਾ ਹੈ, ਤੂੰ ਜੋ ਕਰਨਾ ਚਾਹੁੰਦਾ ਹੈ, ਉਸ ਪਿਤਾ ਨੂੰ ਪਤਾ ਹੈ। ਇਸ ਲਈ ਉਹੀ ਕਰਮ ਕਰ ਜੋ ਉਸ ਪਿਤਾ ਨੂੰ ਪ੍ਰਵਾਨ ਹੋ ਜਾਣ। ਅੰਤ ਨਾ ਜਾਪੇ ਆਕਾਰ, ਉਸਨੇ ਜੋ ਆਕਾਰ ਬਣਾਏ ਹਨ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਮਨੋਵਿਗਿਆਨੀਆਂ ਦੀ ਇੱਕ ਕਾਢ ਦੇ ਵਿੱਚ ਆਇਆ ਹੈ ਕਿ 50 ਅਰਬ ਸੂਰਜਾਂ ਦਾ ਪਤਾ ਲੱਗ ਚੁੱਕਾ ਹੈ, ਕਿ 50 ਅਰਬ ਸੂਰਜ ਹੋਰ ਹਨ ਜਿਨ੍ਹਾਂ ਦੇ ਸਾਹਮਣੇ ਇਹ ਜੋ ਸੂਰਜ ਜੋ ਬ੍ਰਹਿਮੰਡ ਨੂੰ ਰੋਸ਼ਨੀ ਦੇ ਰਿਹਾ ਹੈ ਇੱਕ ਦੀਵੇ ਦੀ ਤਰ੍ਹਾਂ ਹੈ। ਤੂੰ ਕਿੱਥੇ ਉਸਦੇ ਆਕਾਰਾਂ ਦਾ ਪਤਾ ਲਾ ਸਕੇਗਾ। ਪ੍ਰਸਿੱਧ ਸੂਫੀ ਸੰਤ ਦਾ ਕਹਿਣਾ ਹੈ, ਦਰ ਮਹਿਫਲੇ ਕੇ ਖੁਰਸ਼ੀਦ ਅੰਦਰ ਸੁਮਾਰ ਜਰਾ ਅਸਤ ਖੁਦਮ ਬਜ਼ੁਰਗੇ ਦੀਦਮ ਸਰਤੇ ਅਦਬ ਨਾ ਬਾਸ਼ਤ। ਇਹ ਇਨਸਾਨ ਜਿਸ ਖੁਦਾ ਦੀ, ਜਿਸ ਪਰਮਾਤਮਾ ਦੀ ਮਹਿਫਲ ਦੇ ਵਿੱਚ ਉਸ ਸੂਰਜ ਦੀ ਵੀ ਇੱਕ ਰੇਤ ਦੇ ਕਿਣਕੇ ਜਿੰਨੀ ਕਦਰ ਹੈ, ਉਹਦੀ ਹਸਤੀ ਉੱਥੇ ਸੂਰਜ ਦੀ ਇੱਕ ਰੇਤ ਦੇ ਕਿਣਕੇ ਜਿੰਨੀ ਹੈ। ਉਹਦੇ ਸਾਹਮਣੇ ਤੂੰ ਗਿਆਨੀ ਬਣਨਾ ਚਾਹੁੰਦਾ ਹੈ, ਉਹਦੇ ਸਾਹਮਣੇ ਤੂੰ ਆਪਣੇ ਆਪ ਨੂੰ ਜੋ ਹੈ ਉਹਦਾ ਅੰਤ ਪਾਉਣਾ ਚਾਹੁੰਦਾ ਹੈ, ਆਪਣੇ ਆਪ ਨੂੰ ਸਿਆਣਾ ਬਣਾਉਣਾ ਚਾਹੁੰਦਾ ਹੈ। ਉੱਥੇ ਤੇ ਇੱਕ ਸੂਰਜ ਦੀ ਹਸਤੀ ਜੋ ਹੈ ਉਹ ਵੀ ਇੱਕ ਰੇਤ ਦੇ ਕਣ ਵਰਗੀ ਹੈ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਮੈਂ ਸਮੁੰਦਰ ਦੇ ਵਿੱਚ ਜੋ ਹੈ ਸੰਸਾਰ ਦੇ ਵਿੱਚ ਰਹਿ ਕੇ ਮਛਲੀ ਦੀ ਤਰ੍ਹਾਂ, ਜਿਸ ਤਰ੍ਹਾਂ ਮਛਲੀ ਸਮੁੰਦਰ ਦੇ ਵਿੱਚ ਰਹਿੰਦੀ ਹੈ। ਹੁਣ ਉਹ ਮਛਲੀ ਇਹ ਚਾਹਵੇ ਕਿ ਮੈਂ ਸਮੁੰਦਰ ਦਾ ਅੰਤ ਪਾਉਣਾ ਹੈ, ਨਹੀਂ ਪਾ ਸਕੇਗੀ। ਉਹਦੇ ਵਿੱਚ ਰਹਿ ਤੇ ਸਕਦੀ ਹੈ। ਇਸੇ ਤਰ੍ਹਾਂ ਇਨਸਾਨ ਸੰਸਾਰ ਦੇ ਵਿੱਚ ਰਹਿ ਤੇ ਸਕਦਾ ਹੈ, ਪਰ ਉਸ ਪਰਿਪੂਰਨ ਪਰਮਾਤਮਾ ਦਾ ਜੋ ਹੈ ਉਹ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਪਾਰਾਵਾਰ, ਉਹਦੇ ਆਰ ਤੇ ਉਹਦੇ ਪਾਰ ਦਾ ਕੋਈ ਪਤਾ ਨਹੀਂ ਹੈ। ਉਹ ਪਰਿਪੂਰਨ ਪਰਮਾਤਮਾ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ। ਇਹ ਸੰਸਾਰ ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ। ਇਹ ਬੰਦੇ ਤੂੰ ਉਸਦੇ
ਆਰ ਪਾਰ ਦਾ ਕੋਈ ਪਤਾ ਨਹੀਂ ਲਾ ਸਕਦਾ। ਉਹ ਬਹੁਤ ਵੱਡਾ ਹੈ, ਉਹ ਬਹੁਤ ਉੱਚਾ ਹੈ, ਉਹਦੀ ਸੀਮਾ ਕੋਈ ਨਹੀਂ ਹੈ, ਅਸੀਮ ਹੈ। ਤੂੰ ਆਪਣੀ ਸੀਮਾ ਦੇ ਵਿੱਚ ਰਹਿ ਕੇ ਸਿਰਫ ਉਸ ਪਿਤਾ ਦਾ ਸ਼ੁਕਰਾਨਾ ਕਰ ਸਕਦਾ ਹੈ, ਉਸ ਪਿਤਾ ਦੀ ਨਜ਼ਰ ਦੇ ਥੱਲੇ ਆ ਸਕਦਾ ਹੈ। ਦੁਨੀਆ ਦੀ ਨਜ਼ਰ ਦੇ ਵਿੱਚ ਤੂੰ ਉੱਪਰ ਉੱਠ, ਕੋਈ ਗੱਲ ਨਹੀਂ ਹੈ, ਪਰ ਜੋ ਉਸ ਪਿਤਾ ਦੀ ਨਜ਼ਰ ਦੇ ਹਮੇਸ਼ਾ ਥੱਲੇ ਆਉਣ ਦੀ ਕੋਸ਼ਿਸ਼ ਕਰ, ਉਹਦੀ ਨਜ਼ਰ, ਉਹਦੀ ਕਰਮ ਦੇ ਥੱਲੇ ਰਹੇਗਾ ਤੇ ਤੂੰ ਆਪਣੇ ਜੀਵਨ ਨੂੰ ਜੋ ਹੈ ਉਹ ਸਵਾਰ ਲਏਗਾ। ਨਹੀਂ ਤੇ ਜਿਸ ਤਰ੍ਹਾਂ ਆਇਆ ਹੈ ਉਸੇ ਤਰ੍ਹਾਂ ਹੀ ਚਲੇ ਜਾਏਗਾ। ਤੂੰ ਉਸ ਦੇ ਆਰ ਪਾਰ ਦਾ ਕੋਈ ਪਤਾ ਨਹੀਂ ਲਾ ਸਕਦਾ। ਅਸੀਂ ਹੁਣ ਦਰਿਆ ਦੇ ਕੰਢੇ ਤੇ ਖੜੇ ਹੋਈਏ, ਜੇ ਇੱਧਰ ਖੜੇ ਹਾਂ ਤੇ ਅਸੀਂ ਦੂਸਰੇ ਪਾਸੇ ਨੂੰ ਪਾਰ ਕਵਾਂਗੇ, ਜੇ ਅਸੀਂ ਖੁਦਾ ਨਾ ਖਾਸਤਾ ਦੂਜੇ ਪਾਸੇ ਖੜੇ ਹਾਂ ਤਾਂ ਅਸੀਂ ਦੂਜੇ ਪਾਸੇ ਨੂੰ ਪਾਰ ਕਵਾਂਗੇ। ਇਸ ਤਰ੍ਹਾਂ ਅਸੀਂ ਉਸ ਦੇ ਆਰ ਪਾਰ ਦਾ, ਨਾ ਜਗਤ ਦੇ ਆਰ ਪਾਰ ਦਾ, ਨਾ ਉਸ ਪਰਮਾਤਮਾ ਦੇ ਆਰ ਪਾਰ ਦਾ ਕੋਈ ਪਤਾ ਨਹੀਂ ਲਗਾ ਸਕਦੇ। ਅੰਤ ਕਾਰਨ ਕੇਤੇ ਬਿਲ ਲਾਏ। ਬਹੁਤ ਸਾਰੇ ਲੋਕ ਜੋ ਹਨ ਉਹ ਬਿਲਕ ਰਹੇ ਹਨ ਕਿ ਅਸੀਂ ਉਸ ਪਰਮਾਤਮਾ ਦਾ ਅੰਤ ਪਾਈਏ, ਅਸੀਂ ਉਹਦੇ ਬਾਰੇ ਦੇ ਵਿੱਚ ਜਾਣੀਏ, ਅਸੀਂ ਉਹਦੇ ਬਾਰੇ ਦੇ ਵਿੱਚ ਖੋਜ ਕਰੀਏ। ਬਹੁਤ ਬਿਲਕ ਰਹੇ ਹਨ। ਬਹੁਤ ਸਾਰੇ ਜੋ ਸੂਫੀ ਸੰਤ ਹੋਏ ਹਨ, ਉਹਨਾਂ ਨੇ ਉਸ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਬ੍ਰਹਮਾ ਨੇ ਵੀ ਕੀਤੀ ਸੀ, ਪਰ ਉਹਦਾ ਅੰਤ ਕੋਈ ਨਹੀਂ ਪਾ ਸਕਿਆ। ਸਾਰੇ ਜੋ ਹਨ ਉਹ ਬਿਲਕਦੇ ਰਹੇ ਕਿ ਅਸੀਂ ਉਸ ਪਰਮਾਤਮਾ ਨੂੰ, ਤਰਸਦੇ ਰਹੇ ਕਿ ਅਸੀਂ ਉਸ ਨੂੰ ਦਾ ਅੰਤ ਪਾ ਲਈਏ, ਪਰ ਉਸ ਦਾ ਅੰਤ ਤੱਕ ਅੰਤ ਨਾ ਪਾਇਆ ਜਾਏ। ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਬਹੁਤ ਵੱਡਾ ਹੈ, ਉਹ ਬਹੁਤ ਉੱਚਾ ਹੈ। ਉਸ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਐ ਪਰਮ ਪਿਤਾ, ਅਗਰ ਸਾਡੀ ਅੱਖ ਦੇਖੇ, ਅਗਰ ਸਾਡੀ ਅੱਖ ਦੇ ਵਿੱਚ ਹੰਝੂ ਆਵੇ ਤੇਰੀ ਯਾਦ ਦਾ ਹੋਵੇ, ਸਾਡੇ ਹਿਰਦੇ ਦੇ ਵਿੱਚ ਖਿਆਲ ਆਵੇ ਤੇਰਾ ਹੋਵੇ, ਸਾਡੇ ਮਨ ਦੇ ਵਿੱਚ ਚਾਉ ਹੋਵੇ ਤੈਨੂੰ ਵੇਖਣ ਦਾ ਹੋਵੇ, ਸਾਡੀ ਰਸਨਾ ਬੋਲੇ ਉਹਦੇ ਤੇ ਤੇਰਾ ਨਾਮ ਹੋਵੇ, ਸਾਡੇ ਕੰਨ ਸੁਣਨ ਉਹਦੇ ਤੇ ਤੇਰਾ ਹੀ ਨਾਮ ਹੋਵੇ, ਸਾਡੀ ਸੋਚ ਜੋ ਹੈ ਤੇਰੇ ਬਾਰੇ ਹੀ ਹੋਵੇ। ਤੂੰ ਕੀ ਕਰਦਾ ਹੈ, ਤੂੰ ਕੀ ਕਰ ਰਿਹਾ ਹੈ, ਤੇਰੀ ਨਜ਼ਰ ਕੀ ਹੈ, ਤੂੰ ਕਿਸ ਤਰ੍ਹਾਂ ਸਾਡੇ ਤੇ ਨਜ਼ਰ ਕਰਦਾ ਹੈ, ਤੂੰ ਕੀ ਕੁਛ ਦਿੱਤਾ ਹੈ, ਅਸੀਂ ਕਿਸ ਤਰ੍ਹਾਂ ਤੇਰਾ ਸ਼ੁਕਰਾਨਾ ਕਰ ਸਕਦੇ ਹਾਂ। ਅਸੀਂ ਤੇ ਸਿਰਫ ਇਤਨਾ ਹੀ ਕਰ ਸਕਦੇ ਹਾਂ, ਉਸ ਪਿਤਾ ਦੀ ਯਾਦ ਨੂੰ, ਉਸ ਪਿਤਾ ਦੀ ਨਜ਼ਰ ਦੇ ਥੱਲੇ ਆਉਣ ਦੀ ਕੋਸ਼ਿਸ਼ ਕਰੀਏ, ਉੱਪਰ ਉੱਠਣ ਦੀ ਕੋਸ਼ਿਸ਼ ਨਾ ਕਰੀਏ। ਜੋ ਆਪਣੇ ਤੋਂ ਉੱਚਾ ਹੈ, ਜੋ ਆਪਣੇ ਤੋਂ ਵੱਡਾ ਹੈ, ਅਸੀਂ ਉਸ ਨਾਲ ਅੱਖਾਂ ਨਹੀਂ ਮਿਲਾ ਸਕਦੇ, ਹਮੇਸ਼ਾ ਝੁਕਦੇ ਹਾਂ। ਇਹ ਸੰਸਾਰ ਦਾ ਅਸੂਲ ਹੈ, ਲੇਕਿਨ ਉਹ ਪਰਿਪੂਰਨ ਪਰਮਾਤਮਾ ਤੇ ਇਤਨਾ ਵੱਡਾ ਹੈ, ਅਸੀਂ ਉਸ ਨਾਲ ਨਜ਼ਰ ਮਿਲਾਈਏ, ਅਸੀਂ ਉਸ ਨੂੰ ਵੇਖਣ ਦੀ ਕੋਸ਼ਿਸ਼ ਕਰੀਏ। ਸਾਨੂੰ ਤੇ ਸਿਰਫ ਉਸ ਦੀ ਨਜ਼ਰ ਅਰਦਾਸ ਕਰਨੀ ਚਾਹੀਦੀ ਹੈ, ਐ ਪਿਤਾ ਨਜ਼ਰ ਕਰ ਸਾਡੇ ਤੇ, ਤਾਂ ਕਿ ਅਸੀਂ ਵੀ ਆਪਣੇ ਜੀਵਨ ਨੂੰ ਸਵਾਰ ਸਕੀਏ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਅੱਗੇ ਕਥਾ ਅਗਲੇ ਹਫਤੇ ਪ੍ਰਾਰੰਭ ਹੋਵੇਗੀ। ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ, ਕਥਾ ਕਰਦਿਆਂ ਹੋਇਆਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਅਰਦਾਸ ਕਰਨੀ ਉਸ ਪਿਤਾ ਅੱਗੇ, ਇਸ ਹਿਰਦੇ ਦੇ ਵਿੱਚ ਨਾਮ ਬਾਣੀ ਦੇਵੇ, ਆਪ ਦੇ ਨਾਲ ਹਮੇਸ਼ਾ ਸਮਾਂ ਦੇਵੇ। ਉਸ ਗੁਰਬਾਣੀ ਨੂੰ ਸਾਂਝੀ ਕਰਨਾ, ਉਸ ਪਿਤਾ ਦੇ ਸੁਨੇਹੇ ਤੂੰ ਆਪ ਤੱਕ ਪਹੁੰਚਾ ਸਕਾਂ, ਆਪਣੇ ਹਿਰਦੇ ਨੂੰ ਸਵਾਰ ਸਕਾਂ। ਇਹ ਅਰਦਾਸ ਜ਼ਰੂਰ ਕਰਨੀ ਕਿ ਜਿਸ ਤਰ੍ਹਾਂ ਇੱਕ ਰੇਡੀਓ ਦੀ ਕੋਈ ਅਹਿਮਤ ਨਹੀਂ ਹੁੰਦੀ, ਅਹਿਮਤ ਹੁੰਦੀ ਹੈ ਉਸ ਨੂੰ ਚਲਾਉਣ ਵਾਲੇ ਦੀ। ਉਹ ਕੀ ਸੁਣਦਾ ਹੈ, ਉਹ ਕੀ ਸੁਣਨਾ ਚਾਹੁੰਦਾ ਹੈ। ਰੇਡੀਓ ਦਾ ਕੰਮ ਤੇ ਹੈ ਬੋਲਣਾ, ਉਹਦੇ ਵਿੱਚੋਂ ਕੋਈ ਚੰਗੀ ਗੱਲ ਕੱਢ ਲਵੇ। ਲੇਕਿਨ ਅਗਰ ਰੇਡੀਓ ਕਹੇ ਕਿ ਮੇਰੀ ਮਹਾਨਤਾ ਹੈ, ਉਹ ਉਸ ਦੀ ਮੂਰਖਤਾ ਹੋਏਗੀ। ਮਹਾਨਤਾ ਹਮੇਸ਼ਾ ਸੁਣਨ ਵਾਲੇ ਦੀ ਹੁੰਦੀ ਹੈ। ਆਪ ਮਹਾਨ ਹੋ ਜੋ ਉਸ ਗੁਰੂ ਦੀ ਬਾਣੀ ਨੂੰ ਸੁਣਦੇ ਹੋ, ਇਸ ਦਾਸ ਤੇ ਬਖਸ਼ਿਸ਼ ਕਰਦੇ ਹੋ ਤੁਸੀਂ, ਤਾਂ ਕਿ ਜੋ ਉਸ ਪਿਤਾ ਦੇ ਸ਼ਬਦਾਂ ਨੂੰ ਅਸੀਂ ਸਾਂਝਾ ਕਰ ਸਕਦੇ ਹਾਂ। ਉਸ ਪਿਤਾ ਦੀ ਰਹਿਮਤ, ਆਪ ਦੀ ਇਹ ਦਇਆ ਦਾਸ ਆਪਣੇ ਹਿਰਦੇ ਵਿੱਚ ਹਮੇਸ਼ਾ ਰੱਖੇਗਾ। ਆਪ ਦੇ ਚਰਨਾਂ ਦੀ ਜੋ ਧੂੜੀ ਹੈ ਇਸ ਮਸਤਕ ਤੇ ਹਮੇਸ਼ਾ ਸ਼ੋਭਤ ਹੁੰਦੀ ਰਹੇ। ਇਹੀ ਅਰਦਾਸ ਕਰਨੀ। ਬਲ ਬਖਸ਼ਿਓ ਪਰਮਾਤਮਾ, ਇਸ ਨਿਗੁਣੇ ਨੂੰ ਗੁਣ ਬਖਸ਼ੇ, ਨਿਕਾਰੇ ਨੂੰ ਕਾਰ ਬਖਸ਼ੇ, ਆਪਣੇ ਰਾਹ ਤੇ ਲਾਵੇ, ਉਸ ਰਾਹ ਨੂੰ ਦਿਖਾਵੇ ਜੋ ਉਹਦੇ ਵੱਲ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਉਸ ਤੱਕ ਪਹੁੰਚਣ ਦਾ ਬਲ ਬਖਸ਼ੇ, ਇਕੱਠੇ ਹੋ ਕੇ ਬਾਣੀ ਪੜ੍ਹਨ ਦਾ, ਉਹਦਾ ਨਾਮ ਜਪਣ ਦਾ, ਉਹਦੇ ਗੁਣਾਂ ਦੀ ਗਾਇਨ ਕਰਨ ਦਾ ਬਲ ਬਖਸ਼ੇ। ਇਤਨੀਆਂ ਹੀ ਬੇਨਤੀਆਂ ਪ੍ਰਵਾਨ। ਕੋਈ ਸ਼ਬਦ ਵੱਧ ਘੱਟ ਕੇ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਵੀਰ ਹਰਵਿੰਦਰ ਸਿੰਘ ਜੀ ਆਪ ਜੀ ਨੇ ਇੱਕ ਸ਼ਬਦ ਨਾਲ ਨਿਹਾਲ ਕਰਨਗੇ, ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।